ਸਹੀ ਜਾਣਨ ਸੂਲੀਆਂ। ਹਾਂਜੀ ਅੱਜ ਆਪਾਂ 311 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਔਰ 18 ਪੌੜੀਆਂ ਹੋ ਗਈਆਂ ਸੀਗੀਆਂ ਗੌੜੀ ਰਾਗ ਦੀ ਜਿਹੜੀ ਵਾਰ ਹੈਗੀ ਆ ਚੌਥੀ ਪਾਤਸ਼ਾਹੀ ਦੀ। ਉਹਦੇ ਵਿੱਚ 19ਵੀਂ ਪੌੜੀ ਆਪਾਂ ਲੈ ਰਹੇ ਹਾਂ, ਉਹਦੇ ਨਾਲ ਸ਼ਲੋਕ ਲੈ ਰਹੇ ਹਾਂ। ਸ਼ਲੋਕ ਮਹਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ, ਇੱਕ ਸੈਕਿੰਡ ਜੀ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ। ਜਿਹੜਾ ਉਮਰ ਥਲ ਵਰਡ ਹੈਗਾ ਨਾ, ਇਹ ਪਰਸ਼ੀਅਨ ਵਰਡ ਹੈ ਤੇ ਇਹਦਾ ਮਤਲਬ ਹੁੰਦਾ ਹੈ ਬਈ ਪੇਟ ਦੇ ਵਿੱਚ ਜਿਹੜਾ ਹੈਗਾ ਨਾ ਕੋਈ ਫੋੜਾ ਹੋ ਜਾਏ, ਜਿਹੜੀ ਇੰਟੈਸਟਾਈਨ ਦੇ ਵਿੱਚ ਜਿਹੜਾ ਹੈ, ਜਿਵੇਂ ਕੋਈ ਜਿਹੜਾ ਹੈਗਾ ਇੰਟੈਸਟਾਈਨ ਦੇ ਵਿੱਚ ਫੋੜਾ ਹੋ ਗਿਆ, ਐਸਿਡ ਦੇ ਨਾਲ ਜਿਹੜਾ ਹੈਗਾ ਇੰਟੈਸਟਾਈਨ ਦੇ ਵਿੱਚ ਪ੍ਰੋਬਲਮ ਆ ਗਈ ਤੇ ਪੇਨ ਹੁੰਦਾ ਹੈ, ਦਰਦ ਹੁੰਦਾ ਹੈ। ਉਹ ਪੇਟ ਦਾ ਦਰਦ ਜਿਹੜਾ ਹੈਗਾ ਉਹ ਮੇਰੀ ਮਿਸਿਸ ਨੂੰ ਵੀ ਸੇਮ ਚੀਜ਼ ਹੈਗੀ ਆ ਤੇ ਮਹਾਰਾਜ ਕਹਿੰਦੇ ਆ ਭਾਈ ਉਹਨੂੰ ਉਹੀ ਜਾਣਦਾ ਹੈ ਭਾਈ ਜਿਹਦੇ ਅੰਦਰ ਹੁੰਦਾ ਹੈ। ਇਹ ਹਰਨੀਆਂ ਦਾ ਜਿਹੜਾ, ਜਿਸ ਤਰ੍ਹਾਂ ਹਰਨੀਆਂ ਦਾ ਪੇਨ ਹੈਗਾ, ਕਹਿੰਦੇ ਇਸ ਨੂੰ ਉਹੀ ਜਾਣਦਾ ਹੈ ਜਿਹਦੇ ਅੰਦਰ ਇਹ ਦਰਦ ਹੁੰਦਾ ਹੈ। ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਉਹਦਾ ਦਰਦ ਜਿਹੜਾ ਹੈਗਾ ਉਹੀ ਜਾਣਦੇ ਆ। ਐਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਅੰਦਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਸ ਮਾਲਕ ਪਰਮਾਤਮਾ ਦੀ ਖਿੱਚ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਮਾਲਕ ਪਰਮਾਤਮਾ ਦਾ, ਜਿਨ੍ਹਾਂ ਦੇ ਬੈਰਾਗ ਹੁੰਦਾ ਹੈ, ਜਿਨ੍ਹਾਂ ਦੇ ਅੰਦਰ, ਕਹਿੰਦੇ ਉਹਦਾ ਦਰਦ ਵੀ ਉਹੀ ਜਾਣਦੇ ਆ ਭਾਈ। ਉਹ ਖਿੱਚ ਜਿਹੜੀ ਹੈਗੀ ਆ, ਉਹ ਕਿਸ ਤਰ੍ਹਾਂ ਅੰਦਰ ਜਿਹੜੀ ਹੈ ਸੱਲ ਪਾਉਂਦੀ ਹੈ, ਕਿਸ ਤਰ੍ਹਾਂ ਜਿਹੜੀ ਹੈਗੀ, ਉਹ ਉਹੀ ਜਾਣਦੇ ਆ ਉਸ ਚੀਜ਼ ਨੂੰ। ਹਰ ਜਾਣਨੇ ਸਹੀ ਬਿਰਹੋ ਹਾਂ ਤਿੰਨ ਵਿਟੋਂ ਸਦ ਘੁੰਮ ਘੋਲੀਆ। ਕਹਿੰਦੇ ਮੈਂ ਤਾਂ ਉਹਨਾਂ ਤੋਂ ਸਦਕੇ ਜਾਣਾ ਹੈ, ਮੈਂ ਤਾਂ ਉਹਨਾਂ ਤੋਂ ਸਾਰਾ ਕੁਝ ਵਾਰ ਦਿੰਨਾ ਹੈ। ਜਿਨ੍ਹਾਂ ਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਦਰਦ ਆ, ਮਾਲਕ ਦੀ ਖਿੱਚ ਹੈਗੀ ਜਿਨ੍ਹਾਂ ਦੇ ਅੰਦਰ। ਹਰ ਜਾਣੇ ਸਹੀ ਬਿਰਹੋ, ਉਹ ਦਰਦ ਉਹੀ ਜਾਣਦੇ ਆ। ਹੁਣ ਤਿੰਨ ਵਿਟੋਂ ਸਦ ਘੁੰਮ ਘੋਲੀਆ, ਮੈਂ ਉਹਨਾਂ ਤੋਂ ਹਮੇਸ਼ਾ ਜਿਹੜਾ ਹੈਗਾ ਵਾਰਨੇ ਜਾਣਾ ਆ। ਹਰ ਮੇਲੋ ਸੱਜਣ ਪੁਰਖ ਮੇਰਾ, ਸਿਰ ਤਿੰਨ ਵਿਟੋਂ ਤਲ ਰੋਲੀਆਂ। ਕਹਿੰਦੇ ਐਸੇ ਜਿਹੜੇ ਹੈਗੇ ਆ ਪਰਮਾਤਮਾ ਦੇ ਪਿਆਰੇ ਜਿਹੜੇ ਹੈਗੇ ਆ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਖਿੱਚ ਹੈ, ਪਰਮਾਤਮਾ ਦਾ ਦਰਦ ਹੈਗਾ, ਕਹਿੰਦੇ ਮੈਨੂੰ ਮਿਲਾ ਮਾਲ। ਹਰ ਮਿਲ ਹੋ ਸੱਜਣ ਪੁਰਖ ਮੇਰਾ ਸੱਜਣ ਪੁਰਖ ਜਿਹੜਾ ਹੈਗਾ ਪਰਮਾਤਮਾ, ਮੈਨੂੰ ਵੀ ਉਹ ਮਾਲਕ ਦੀ ਖਿੱਚ ਹੈਗੀ ਆ, ਮੇਰੇ ਅੰਦਰ ਵੀ ਉਹ ਦਰਦ ਹੈਗਾ ਆ। ਮੈਨੂੰ ਉਹ ਸੱਜਣ ਪੁਰਖ ਮੇਰਾ ਜਿਹੜਾ ਹੈਗਾ ਮਿਲਾ ਦੋ। ਸਿਰ ਤਿੰਨ ਵਿਟੋਂ ਤਲ ਰੋਲੀਆਂ, ਮੈਂ ਆਪਣਾ ਸਿਰ ਜਿਹੜਾ ਹੈਗਾ, ਆਪਣੀ ਮੱਤ ਜਿਹੜੀ ਹੈਗੀ, ਉਹਨਾਂ ਬ੍ਰਹਮ ਗਿਆਨੀਆਂ ਦੇ ਉਹਨਾਂ ਦੇ ਚਰਨਾਂ ਤੋਂ ਰੋਲ ਦੇਵਾਂ ਔਰ ਉਹਨਾਂ ਦੀ ਮੱਤ ਲੈ ਲਾਂ। ਉਹਨਾਂ ਦੀ ਮੱਤ ਦੇ ਅਨੁਸਾਰ ਜਿਹੜਾ ਹੈਗਾ ਮੈਂ ਆਪਣਾ ਜੀਵਨ ਯਾਪਨ ਕਰਾਂ, ਜੀਵਨ ਚਲਾਵਾਂ। ਜੋ ਸਿੱਖ ਗੁਰ ਕਾਰ ਕਮਾਵੇਂ ਹੋਂ ਗੁਲਮ ਤਿਨਾ ਕਾ ਗੋਲੀਆ। ਜਿਹੜੇ ਸਿੱਖ ਜਿਹੜੇ ਹੈਗੇ ਗੁਰੂ ਦੀ ਦੱਸੀ ਹੋਈ ਕਾਰ ਕਮਾ ਰਹੇ ਆ, ਕਮਾਈ ਕਰ ਰਹੇ ਆ ਇਸ ਰਸਤੇ ਤੇ ਜਿਹੜੇ ਹੈਗੇ ਆ, ਕਹਿੰਦੇ ਮੈਂ ਤਾਂ ਉਹਨਾਂ ਦੇ ਗੁਲਾਮਾਂ ਦਾ ਵੀ ਗੁਲਾਮ ਹੈਗਾ ਆ। ਹੋਂ ਗੁਲਮ, ਮੈਂ ਗੁਲਮ ਆ, ਤਿਨਾ ਕਾ ਗੋਲੀਆਂ, ਉਹਨਾਂ ਦੇ ਗੋਲੀਆਂ ਦਾ ਵੀ ਮੈਂ ਗੁਲਾਮ ਹੈਗਾ ਆ। ਜੋ ਸਿੱਖ ਗੁਰ ਕਾਰ ਕਮਾਵੇਂ ਹੋਂ ਗੁਲਮ ਤਿਨਾ ਕਾ ਗੋਲੀਆ। ਹਰ ਰੰਗ ਚਲੂਲੇ ਜੋ ਰਤੇ ਤਿੰਨ ਭਿੰਨੀ ਹਰ ਰੰਗ ਚੋਲੀਆ। ਜਿਹੜੇ ਵੀ ਉਸ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਇਸ ਤਰ੍ਹਾਂ ਰੱਤੇ ਹੋਇਆ, ਜਿਨ੍ਹਾਂ ਦੇ ਅੰਦਰ ਉਹਨਾਂ ਦੇ ਅੰਦਰ ਮਾਇਆ ਦਾ ਰੰਗ ਜਿਹੜਾ ਫਿੱਕਾ ਪੈ ਜਾਂਦਾ ਆ, ਜਿਹੜੇ ਮਾਲਕ ਪਰਮਾਤਮਾ ਦੇ ਰੰਗ ਦੇ ਪੱਕੇ ਰੰਗ ਦੇ ਵਿੱਚ, ਚਲੂਲੇ ਰੰਗ ਦੇ ਵਿੱਚ ਰੰਗੇ ਹੋਏ ਆ, ਰੱਤੇ ਹੋਏ ਆ, ਕਹਿੰਦੇ
ਉਹਨਾਂ ਦੀ ਚੋਲੀ ਜਿਹੜੀ ਉਹਨਾਂ ਦਾ ਸਰੀਰ ਜਿਹੜਾ ਹੈਗਾ ਆ ਸਰੀਰ ਦੇ ਅੰਦਰ ਜੋ ਹੈ ਉਹਨਾਂ ਦਾ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹ ਭਿੱਜ ਜਾਂਦਾ ਹੈ ਭਾਈ। ਤਿੰਨ ਪਿੰਨੀ ਹਰ ਰੰਗ ਚੋਲੀਆ, ਪਰਮੇਸ਼ਰ ਦੇ ਰੰਗ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਚੋਲੀ, ਉਹਨਾਂ ਦਾ ਮਨੁੱਖੀ ਜੂਨ ਭਿੱਜੀ ਪਈ ਆ। ਕਰ ਕਿਰਪਾ ਨਾਨਕ ਮੇਲ, ਕਰ ਕਿਰਪਾ ਨਾਨਕ ਮੇਲ, ਗੁਰ ਪੈ ਸਿਰ ਵੇਚਿਆ ਮੋਲੀਆ। ਕਰ ਕਿਰਪਾ ਨਾਨਕ ਮੇਲ, ਗੁਰ ਪੈ ਸਿਰ ਵੇਚਿਆ ਮੋਲੀਆ। ਕਹਿੰਦੇ ਹੇ ਗੁਰੂ ਕਿਰਪਾ ਕਰ, ਕਿਰਪਾ ਕਰਕੇ ਮੈਨੂੰ ਉਸ ਮਾਲਕ ਪਰਮਾਤਮਾ ਨੂੰ ਮਿਲਾ ਦੇ। ਕਰ ਕਿਰਪਾ ਨਾਨਕ ਮੇਲ, ਗੁਰ ਪੈ ਸਿਰ ਵੇਚਿਆ ਮੋਲੀਆ। ਮੈਂ ਤਾਂ ਬ੍ਰਹਮ ਗਿਆਨੀਆਂ ਤੋਂ, ਗੁਰੂ ਤੋਂ ਜਿਹੜਾ ਹੈਗਾ ਆਪਣਾ ਸਿਰ ਜਿਹੜਾ ਹੈਗਾ ਮੈਂ ਦੇ ਦਿੱਤਾ, ਉਹਨਾਂ ਦੀ ਮੱਤ ਲੈ ਲਈ ਭਾਈ। ਮੈਂ ਆਪਣਾ ਸਿਰ ਮੁੱਲ ਦੇ ਦਿੱਤਾ ਉਹਨਾਂ ਨੂੰ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ, ਇਹ ਤਾਂ ਅਰਦਾਸ ਬੇਨਤੀ ਹੈ, ਜੋਦੜੀ ਹੈ ਉਹਨਾਂ ਦੀ। ਆਪਣੀ ਬਿਰਹਾ ਜਿਹੜਾ ਨੂੰ ਜਿਹੜੀ ਪ੍ਰਮਾਤਮਾ ਦੇ ਨਾਲ ਬਿਰਹਾ ਦੇ ਵਿੱਚੋਂ ਤੜਪ ਹੈ ਉਹਨੂੰ ਬਿਆਨ ਕਿੱਦਾਂ ਕਰ ਰਹੇ ਨੇ ਦੇਖੋ। ਕਹਿੰਦੇ ਵੀ ਇਹ ਤਾਂ ਉਹੀ ਜਾਣ ਸਕਦਾ ਹੈ ਜਿਹਦੇ ਅੰਦਰ ਉਹ ਉਮਰਤਲ ਵਾਲਾ ਜਿਹੜਾ ਫੋੜਾ ਅੰਦਰ ਹੈ ਨਾ ਜੀ, ਉਹਦੀ ਦਰਦ ਹੈ, ਉਹਦਾ ਜਿਹੜਾ ਸੂਲ ਹੈ ਨਾ, ਹਾਂ, ਉਹਦੇ ਨਾਲ ਉਹਨੂੰ ਕੰਪੈਰੀਜ਼ਨ ਦੇ ਰਹੇ ਆ। ਕਹਿੰਦੇ ਵੀ ਏਦਾਂ ਦਾ ਜਿਹੜਾ ਤੜਪ ਹੈ ਜਿਹੜੀ ਉਹ ਦੇਖੋ ਉਪਜਣੀ ਆ ਉਹਦੇ ਅੰਦਰ, ਗੁਰਮੁਖ ਦੇ ਅੰਦਰ, ਜਿਹੜਾ ਇਸ ਧਿਆਨ ਸਿਮਰਨ ਦੇ ਰਸਤੇ ਤੇ ਚੱਲੇਗਾ। ਫਿਰ ਉਹ ਕਹਿੰਦੇ ਵੀ ਮੈਂ ਕਹਿੰਦੇ ਉਹ ਇਸ ਕਹਿੰਦੇ ਇਹ ਵਿਛੋੜੇ ਤੋਂ ਜਿਹੜਾ ਪਿਆਰ ਪੈਦਾ ਹੋਊਗਾ ਨਾ ਜੀ, ਕਿਉਂਕਿ ਉਹ ਦੂਜੇ ਉਹ ਜਿਹੜੀ ਤਕਲੀਫ ਹੈ ਉਹ ਤਾਂ ਇਹ ਹੈ ਨਾ ਜੀ, ਇੱਕ ਰਵਾਉਂਦੀ ਹੈ ਅੰਦਰੋਂ ਤੜਪ ਪੈਦਾ ਕਰ ਰਹੀ ਹੈ। ਇਹ ਵੀ ਉਦਾਂ ਦੀ ਉਹਦੀ ਤੜਪ ਹੈ ਪਰ ਪਿਆਰ ਵੱਲ ਨੂੰ ਲਿਜਾ ਰਹੀ ਹੈ। ਹਾਂ, ਹੈ ਨਾ ਜੀ। ਕੰਪੈਰੀਜ਼ਨ ਦੇਖੋ ਮਾਲਕ ਕਿੱਦਾਂ। ਉਹ ਕਹਿੰਦੇ ਫਿਰ ਮੈਨੂੰ ਏਦਾਂ ਦੇ ਬੰਦੇ ਮਿਲਾ ਤਾਂ ਕਿ ਮੈਂ ਆਪਣੇ ਜਿਹੜਾ ਸਿਰ ਹੈ ਨਾ ਉਹਨਾਂ ਦੇ ਚਰਨਾਂ 'ਚ, ਉਹਨਾਂ ਦੇ ਗੋਲਿਆਂ ਦੇ ਵੀ ਗੋਲੇ ਜਿਹੜੇ ਹਨ, ਹਾਂ, ਉਹ ਮਤਲਬ ਇਸ ਤਰ੍ਹਾਂ, ਹਾਂ, ਉਹਨਾਂ ਦੇ ਗੋਲਿਆਂ ਦੇ ਵੀ ਗੋਲੇ ਜਿਹੜੇ, ਮੈਂ ਤਾਂ ਉਹ ਚਰਨਾਂ 'ਚ ਆਪਣੇ ਆਪ ਨੂੰ ਕਿੰਨਾ ਨੀਵਾਂ ਦੇਖੋ, ਆਪਣੀ ਹਉਮੈ ਨੂੰ, ਆਪਣੀ ਮੈਂ ਨੂੰ ਕਿੱਥੇ ਲੈ ਗਏ। ਉਹ ਮੇਰਾ ਜਿਹੜਾ ਸਿਰ ਹੈ ਕਹਿੰਦੇ ਵਿੱਚ ਇਹ ਤਾਂ ਉਹ ਗੱਲ ਹੋ ਗਈ ਨਾ ਜੀ, ਉਹ ਜਿਵੇਂ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ। ਬਿਲਕੁਲ। ਫਿਰ ਉਹ ਨਾਲ ਉਹ ਰੰਗਣ ਦੀ ਵੀ ਗੱਲ ਕਰਦੇ, ਉੱਥੇ ਵੀ ਗੱਲ ਕਰ ਰਹੇ ਕਿ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ। ਦੇਖੋ ਇਹ ਮਾਲਕ ਅੱਗੇ ਅਰਦਾਸ ਹੈ ਜੀ, ਬੇਨਤੀ ਹੈ, ਜੋਦੜੀ ਹੈ ਵੀ ਮੈਨੂੰ ਤੂੰ ਇਸ ਤਰ੍ਹਾਂ ਦੇ ਗੁਰਮੁਖਾਂ ਨੂੰ ਮਿਲਾ ਜਿਹੜੇ ਉਹਦੇ ਸਤਿਗੁਰ ਦੇ ਜਿਹੜੇ ਦੱਸੇ ਹੋਏ ਰਸਤੇ ਤੇ ਚੱਲ ਰਹੇ ਨੇ। ਹਾਂ, ਤੇ ਉਹ ਤਾਂ ਕਿ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਵਾਂਗੂ ਮੈਂ ਰੰਗਿਆ ਜਾਵਾਂ। ਬਿਲਕੁਲ। ਹਾਂ, ਤੇ ਮੇਰੇ ਹਾਂਜੀ ਜਿਨ੍ਹਾਂ ਦੇ ਅੰਦਰ ਜਿਹੜਾ ਹੈ ਨਾ ਉਹ ਖਿੱਚ ਪੈਦਾ ਹੋ ਗਈ ਆ, ਜਿਸ ਇੰਨੀ ਖਿੱਚ ਜਿਹੜਾ ਦੇਖ ਲਓ ਕਿੰਨਾ ਦਰਦ ਹੈਗਾ। ਇਹ ਵੀ ਇਹ ਮਿੱਠਾ ਮਿੱਠਾ ਦਰਦ ਅੰਦਰ ਜਿਹੜਾ ਹੈ ਪਰਮਾਤਮਾ ਦੀ ਖਿੱਚ ਹੁੰਦੀ ਆ। ਤੇ 24 ਘੰਟੇ ਜਿਨ੍ਹਾਂ ਦੇ ਅੰਦਰ ਆ ਖਿੱਚ ਹੋਏ ਤੇ ਜਿਨ੍ਹਾਂ ਦੇ ਅੰਦਰ ਦਰਦ ਹੈਗਾ ਉਹ ਥੋੜੀ ਨਾ ਹੁਣ ਉਹ ਸੌਂਗਾ, ਉਹਨੂੰ ਖਾਣ 'ਚ ਕੋਈ ਇੰਟਰਸਟ ਹੈਗਾ, ਕੋਈ ਸੌਣ 'ਚ ਇੰਟਰਸਟ ਹੈਗਾ, ਕਿਸੇ ਹੋਰ ਕਿਸੇ ਖੁਸ਼ੀ 'ਚ ਇੰਟਰਸਟ ਹੈਗਾ, ਜਿਹਦੇ ਅੰਦਰ ਦਰਦ ਹੋ ਰਹੀ ਹੈ ਪੇਟ ਦੇ ਵਿੱਚ। ਉਸੇ ਤਰੀਕੇ ਦੇ ਨਾਲ ਜਿਨ੍ਹਾਂ ਦੀ ਮਾਲਕ ਪਰਮਾਤਮਾ ਦੇ ਅੰਦਰ ਮਾਲਕ ਦੇ ਨਾਲ ਖਿੱਚ ਪੈਦਾ ਹੋ ਗਈ ਹੈ, ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੇ ਵਿੱਚ, ਭੋਗਾਂ ਦੇ ਵਿੱਚ ਨਹੀਂ ਰਸ ਆਉਂਦਾ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਠੀਕ ਹੈ ਜੀ। ਇਹ ਜਦੋਂ ਇਹ ਤਾਂ ਖੇਡ ਹੀ ਐਸੀ, ਜਦੋਂ ਇਹ ਰਸ ਆ ਗਿਆ ਤੇ ਉਹ ਬਾਕੀ ਰਸ ਤਾਂ ਉਹ ਫਿੱਕੇ ਪੈ ਗਏ। ਉਹਨਾਂ ਦਾ ਕੋਈ ਪਰਪਸ ਹੀ ਨਹੀਂ ਹੈ। ਉਹ ਫਿਰ ਏਦਾਂ ਲੱਗਦਾ ਕਿ ਉਹ ਐਵੇਂ ਉਲਝਣ 'ਚ ਪੈ ਰਹੇ ਆਪਾਂ। ਇਹ ਜਦੋਂ ਇਹ ਤਾਂ ਅੰਦਰ ਆਉਂਦਾ ਹੈ ਨਾ ਜਦੋਂ, ਉਦੋਂ ਪਤਾ ਲੱਗਦਾ ਵੀ ਇਹ ਮੇਰੇ ਨਾਲ ਹੋ ਕੀ ਗਿਆ। ਉਹ ਫਿਰ ਉਹ ਵਿਸਮਾਦ ਹੀ ਵਿਸਮਾਦ ਹੈ ਹਨਾ ਜੀ। ਬਿਲਕੁਲ। ਚਲੋ ਹਾਂਜੀ। ਅੱਗੇ ਜਿਹੜਾ ਹੈਗਾ ਫਿਰ ਚੌਥੀ ਪਾਤਸ਼ਾਹੀ ਦਾ ਸ਼ਲੋਕ ਆਇਆ, ਮਹਲਾ ਚੌਥਾ। ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਹੁਣ ਜਿਹੜਾ ਹੈਗਾ ਉਹ ਸੰਤ ਜਿਹੜੇ ਹੈਗੇ ਹੁਣ ਪਰਮਾਤਮਾ ਨੂੰ ਮਿਲਣਾ ਹੈਗਾ ਤੇ ਮਿਲਣ ਵਾਸਤੇ ਆ ਰੁਕਾਵਟ ਆ ਗਈ ਹੈ। ਹੁਣ ਜਿਹੜਾ ਹੈਗਾ ਖਿੱਚ ਤਾਂ ਪੈਦਾ ਹੋ ਗਈ ਹੈ, ਪਰ ਜਿਹੜਾ ਹੈਗਾ ਅੰਦਰ ਜਿਹੜੇ ਹੈਗੇ ਪਦਾਰਥਾਂ ਦੇ ਭੋਗਾਂ ਦੇ ਔਗਣ ਹੈਗੇ ਆ। ਅੰਦਰ ਜਿਹੜਾ ਹੈਗਾ ਮੈਂ ਮੇਰੀ ਜਿਹੜੀ ਹਉਮੈ ਹੈਗੀ, ਆਪਣਾ ਹੀ ਜਿਹੜਾ ਹੈਗਾ ਮੈਂ ਆਪਣੇ ਵਾਸਤੇ ਹੀ ਜੀਣਾ ਹੈਗਾ, ਆਪਣੇ ਆਪ ਨੂੰ ਹੀ ਸਾਰਾ ਜਿਹੜਾ ਹੈਗਾ ਬਸ ਮੈਂ ਹੀ ਜਿਹੜਾ ਹੈਗਾ ਮੈਨੂੰ ਹੀ ਮਿਲ ਜਾਏ, ਬਾਕੀ ਤਾਂ ਭਾਵੇਂ ਜਿਹੜੇ ਹੈਗੇ ਉਹਦੇ ਵੱਲ ਤਾਂ ਦੇਖਦਾ ਵੀ ਨਹੀਂ ਹੈ ਕੋਈ। ਅੱਜ ਕੱਲ੍ਹ ਦਾ ਐਸਾ ਸਮਾਂ ਹੈਗਾ ਕਿ ਭਾਵੇਂ 100 ਵਿਚਾਰੇ ਭੁੱਖੇ ਮਰੀ ਜਾਣ, ਆਪਣਾ ਜਿਹੜਾ ਹੈਗਾ ਉਹਨੇ ਆਪਣਾ ਉੱਲੂ ਸਿੱਧਾ ਕਰ ਲੈਣਾ ਇਨਸਾਨ ਨੇ। ਦੂਸਰੇ ਦੇ ਬਾਰੇ ਤਾਂ ਦੂਸਰੇ ਦੇ ਪ੍ਰਤੀ ਤਾਂ ਕੋਈ ਸੋਚਦਾ ਵੀ ਨਹੀਂ ਹੈਗਾ ਭਾਈ। ਹਾਂ ਔਗਣ ਹੈਗੇ, ਔਗਣੀ ਭਰਿਆ ਸਰੀਰ ਹੈ। ਕਹਿੰਦੇ ਭਰਿਆ ਪਿਆ ਹੈ ਮੇਰਾ ਸਰੀਰ ਤਾਂ ਭਾਈ।
ਕਿਉਂ ਸੰਤੋ ਨਿਰਮਲ ਹੋਏ? ਕਿਸ ਤਰੀਕੇ ਦੇ ਨਾਲ ਨਿਰਮਲ ਹੋਏਗਾ ਭਾਈ ਇਹ ਸਰੀਰ? ਕਿਵੇਂ ਮੇਰਾ ਜਿਹੜਾ ਹੈਗਾ ਹੁਣ ਮਿਲਾਪ ਹੋਏਗਾ? ਮੈਨੂੰ ਮਾਲਕ ਦੀ ਖਿੱਚ ਪੈਦਾ ਹੋ ਗਈ ਹੈ ਤੇ ਕਿਵੇਂ ਮਿਲਾਂ ਮੈਂ ਉਹਨੂੰ? ਗੁਰਮੁਖੇ ਗੁਣ ਵਿਹਾਜੀਐ ਮਲ ਹਉਮੈ ਕੱਢੇ ਧੋਏ। ਬਸ ਕਹਿੰਦੇ ਇੱਕੋ ਹੀ ਤਰੀਕਾ ਹੈਗਾ ਗੁਰੂ ਦੇ ਰਾਹੀਂ ਪਾਏ। ਜਿਵੇਂ ਬ੍ਰਹਮ ਗਿਆਨੀ ਕਹਿ ਰਹੇ ਆ, ਜਿਵੇਂ ਗੁਰੂ ਕਹਿ ਰਹੇ ਆ, ਉਸ ਤਰੀਕੇ ਦੇ ਨਾਲ ਗੁਣ ਜਿਹੜੇ ਹੈਗੇ ਇਕੱਠੇ ਕਰਨੇ ਸ਼ੁਰੂ ਕਰ ਦੇ, ਗੁਣ ਵੀ ਲੈਣੇ ਸ਼ੁਰੂ ਕਰ ਦੇ। ਇਹ ਪਤੰਦਰ ਮਨ ਅਵਗੁਣਾਂ ਨੂੰ ਮੰਨਦਾ ਹੈ, ਗੁਣਾਂ ਨੂੰ ਨਹੀਂ ਮੰਨਦਾ। ਇਸ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਉਹ ਗੁਣਾਂ ਨੂੰ ਮਨਾਉਣ ਵਾਸਤੇ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਪਊਗਾ, ਭਗਤੀ ਕਰਨੀ ਪਊਗੀ, ਗੁਰਬਾਣੀ ਗੁਰੂ ਦੀ ਮੱਤ ਜਿਹੜੀ ਲੈਣੀ ਪਊਗੀ। ਗੁਰੂ ਦੀ ਮੱਤ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਗੁਰੂ ਦਾ ਗਿਆਨ ਜਿਹੜਾ ਹੈਗਾ ਉਹ ਆਪਾਂ ਨੂੰ ਲੈਣਾ ਪੈਣਾ ਹੈ। ਗੁਰਮੁਖੇ ਤਾਂ ਹੀ ਕਹਿ ਰਹੇ ਗੁਰਮੁਖੇ ਮਤਲਬ ਗੁਰੂ ਦੇ ਰਾਹੀਂ ਇਹ ਜੋ ਗੁਰੂ ਦੀ ਮੱਤ ਹੈ, ਜੋ ਗੁਰੂ ਦੀ ਮੱਤ ਕਹਿ ਰਹੀ ਹੈ ਉਸ ਤਰੀਕੇ ਦੇ ਨਾਲ ਗੁਣ ਵਿਹਾਜੀਏ, ਗੁਣ ਜਿਹੜੇ ਹੈਗੇ ਲੈਣੇ ਪਊਗੇ ਪਿਆਰਿਆ। ਵਿਹਾਜਣਾ ਪੈਣਾ ਹੈ। ਦੇਣਾ ਕੀ ਪਊਗਾ ਉਹਦੇ ਵਾਸਤੇ? ਦੇਣਾ ਤੇ ਤੇਰਾ ਜਿਹੜਾ ਹੈਗਾ ਤੇਰਾ ਸਵਾਸ ਦੇਣੇ ਪੈਣੇ, ਤੇਰਾ ਸਮਾਂ ਦੇਣਾ ਪੈਣਾ ਜਿਹੜਾ ਤੇਰੇ ਕੋਲ 24 ਘੰਟੇ ਹੁੰਦੇ ਰੋਜ਼। ਇਹ ਸਮਾਂ ਦੇਣਾ ਪੈਣਾ ਹੈ ਪਿਆਰਿਆ। ਗੁਣਾਂ ਦਾ ਪਤਾ ਲੱਗੂਗਾ ਔਰ ਗੁਣ ਜਿਹੜੇ ਹੈਗੇ ਔਰ ਤੇਰਾ ਮਨ ਜਿਹੜਾ ਹੈਗਾ ਗੁਣ ਲੈਣ ਨੂੰ ਜਿਹੜਾ ਹੈਗਾ ਮੰਨੇਗਾ। ਇਹ ਧਿਆਨ ਸਿਮਰਨ ਦੇ ਦੁਆਰਾ, ਭਗਤੀ ਕਰਨ ਦੇ ਦੁਆਰਾ ਇਸ ਤਰ੍ਹਾਂ ਅਵਗੁਣ ਛੱਡ ਜਾਣਗੇ ਤੇ ਗੁਣ ਆ ਜਾਣਗੇ ਤੇ ਤੇਰੀ ਹਉਮੈ ਜਿਹੜੀ ਹੈਗੀ, ਮੈਲ ਜਿਹੜੀ ਹੈਗੀ ਸਾਰੀ ਦੀ ਸਾਰੀ ਇਹ ਧੋ ਦੇਣਗੇ ਭਾਈ। ਆਹ ਹੈਗਾ ਤਰੀਕਾ। ਇਹ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੈ ਰੰਗ। ਸੱਚ ਵਣੰਜੈ ਰੰਗ ਸਿਓ ਸੱਚ ਸੌਦਾ ਹੋਏ। ਆ ਸੌਦਾ ਕਰਨਾ ਹੈ ਪਿਆਰਿਆ, ਸੱਚ ਖਰੀਦਣਾ ਹੈਗਾ। ਸੱਚ ਜਿਹੜਾ ਹੈਗਾ ਨਾਮ ਹੈਗਾ, ਸੱਚ ਪਰਮਾਤਮਾ ਹੈਗਾ, ਸੱਚ ਜਿਹੜੀ ਆਤਮਾ ਹੈਗੀ ਆਪਣੀ ਆਪਣੇ ਅੰਦਰ, ਇਹਨੂੰ ਲੈਣਾ ਪਊਗਾ। ਇਹਦੇ ਨੇੜੇ ਇਹਦੇ ਵਾਸਤੇ ਸੁਰਤ ਨੂੰ ਲੈ ਕੇ ਜਾਣਾ ਪਊਗਾ, ਮਨ ਨੂੰ ਵਿੰਨਣਾ ਪਊਗਾ। ਸੱਚ ਵਣੰਜੈ ਰੰਗ ਸਿਓ ਸੱਚ ਸੌਦਾ ਹੋਏ। ਇਸ ਤਰ੍ਹਾਂ ਸੱਚ ਦਾ ਸੌਦਾ ਹੁੰਦਾ ਹੈ, ਸੱਚਾ ਨਾਮ ਦਾ ਸੌਦਾ ਹੁੰਦਾ ਹੈ ਭਾਈ। ਜੇ ਇਸ ਤਰੀਕੇ ਦੇ ਨਾਲ ਗੁਣ ਲਵਾਂਗੇ, ਜੇ ਗੁਣ ਲੈ ਲੈ ਤੇ ਨਾਮ ਜਿਹੜਾ ਹੈਗਾ ਆਪਣੇ ਕੋਲ ਆਟੋਮੈਟਿਕਲੀ ਜਿਹੜਾ ਹੈਗਾ ਨਾਮ ਜਿਹੜਾ ਹੈਗਾ ਆਪਣੇ ਅੰਦਰ ਪ੍ਰਗਟ ਹੋ ਜਾਣਾ ਹੈ। ਉਹ ਅੰਮ੍ਰਿਤ ਆ ਜਾਣਾ ਹੈ ਆਪਣੇ ਅੰਦਰ। ਟੋਟਾ ਮੂਲ ਨਾ ਆਵਈ ਲਾਹਾ ਹਰ ਭਾਵੈ ਸੋਏ। ਔਰ ਟੋਟਾ ਕਹਿੰਦੇ ਕਮੀ ਜਿਹੜੀ ਹੈਗੀ ਨਹੀਂ ਆ ਸਕਦੀ ਭਾਈ। ਔਰ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਹੀ ਚੀਜ਼ ਮਾਲਕ ਨੂੰ ਪਾਉਂਦੀ ਹੈਗੀ। ਇਹੀ ਲਾਭ ਹੈਗਾ ਭਾਈ। ਇਸੇ ਵਾਸਤੇ ਮਾਲਕ ਨੇ ਆ ਖੇਡ ਬਣਾਈ ਹੈ, ਆ ਸ੍ਰਿਸ਼ਟੀ ਬਣਾਈ ਹੈ ਔਰ ਆ ਮਨੁੱਖਾ ਜੂਨ ਦਿੱਤੀ ਹੋਈ ਹੈ। ਨਾਨਕ ਤਿੰਨ ਸੱਚ ਵਣੰਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ। ਕਹਿੰਦੇ ਉਹਨਾਂ ਨੇ ਹੀ ਸੱਚ ਜਿਹੜਾ ਹੈਗੇ ਉਹੀ ਸੱਚ ਵੰਡਦੇ ਹੈਗੇ ਆ ਜਿਨ੍ਹਾਂ ਨੂੰ ਜਿਹੜਾ ਹੈਗਾ ਪਿਛਲੇ ਪਹਿਲਾਂ ਵੀ ਜਿਹੜਾ ਜਿਨ੍ਹਾਂ ਨੇ ਐਕਸੈਪਟ ਕੀਤਾ ਹੈ ਇਸ ਰਸਤੇ ਦੇ ਉੱਤੇ ਜਿਹੜਾ ਹੈਗਾ, ਜਿਨ੍ਹਾਂ ਨੇ ਚੱਲਣਾ ਜਿਹੜਾ ਹੈਗਾ ਇਸ ਰਸਤੇ ਤੇ ਤੁਰਨਾ ਜਿਹੜਾ ਹੈਗਾ, ਜਿਨ੍ਹਾਂ ਨੇ ਆਪਸ਼ਨ ਦਿੱਤਾ ਹੈ, ਉਹ ਜਿਨ੍ਹਾਂ ਨੇ ਪਹਿਲਾਂ ਭਗਤੀ ਕੀਤੀ ਹੈ ਉਹ ਵੀ ਜਿਹੜੀ ਹੈਗੀ ਆ ਐਡ ਅਪ ਹੋ ਜਾਂਦੀ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਤਾਂ ਕਹਿੰਦੇ ਵੀ ਤੂੰ ਇੱਕੋ ਹੀ ਗੱਲ ਹੈ ਕਿ ਸੱਚ ਦਾ ਸੌਦਾ। ਦੇਖੋ ਪਹਿਲੀ ਲਾਈਨ ਪਹਿਲੀ ਤੁਕ ਦੇ ਵਿੱਚ ਉਹ ਕੁਐਸਚਨ ਕਰਦੇ ਆ ਕਿ ਉਹ ਸੰਤੋ ਵੀ ਕਿੱਦਾਂ ਨਿਰਮਲ ਹੋਇਆ ਜਾਂ ਸੰਤ ਜਨਾਂ ਨੂੰ ਕਹਿ ਰਹੇ ਨੇ ਉਹ ਕਿ ਵੀ ਇਹ ਤਾਂ ਔਗਣਾਂ ਦਾ ਭਰਿਆ ਹੋਇਆ ਸਰੀਰ ਹੈ, ਇਹ ਸਾਫ਼ ਕਿਵੇਂ ਹੋ ਸਕਦਾ? ਤੇ ਨਾਲ ਹੀ ਆਨਸਰ ਆ ਰਿਹਾ ਨਾਲ ਹੀ ਕਹਿੰਦੇ ਵੀ ਉਹ ਗੁਣ ਵਿਹਾਜਣੇ ਪੈਣਗੇ। ਬਿਲਕੁਲ ਗੁਣ ਵਿਹਾਜਣੇ ਪੈਣਗੇ ਮੀਨਸ ਸੱਚ ਦਾ ਸੌਦਾ ਕਰਨਾ ਪੈਣਾ। ਸੱਚ ਦਾ ਸੌਦਾ ਕਰਨ ਵਾਸਤੇ ਕੋਈ ਚੀਜ਼ ਆਪਾਂ ਲੈਣ ਜਾਂਦੇ ਆ, ਕੁਝ ਦੇਣਾ ਵੀ ਪੈਂਦਾ ਤਾਂ ਹੀ ਉਹ ਚੀਜ਼ ਉਹਦਾ ਆਪਾਂ ਮੁੱਲ ਮਿਲਦਾ। ਮੁੱਲ ਦੇ ਨਾਲ ਹੀ ਮਿਲਣੀ ਹੈ ਨਾ। ਕੀ ਦੇਣਾ ਕੀ ਹੈ? ਵਿਸ਼ਵਾਸਾਂ ਦੀ ਪੂੰਜੀ। ਉਹ ਜਿਹੜਾ ਨਾਮ ਤੁਹਾਨੂੰ ਇਕੱਠਾ ਹੋਣਾ ਨਾ, ਉਹ ਜਦੋਂ ਓਵਰਫਲੋ ਹੋ ਗਿਆ, ਉਹ ਓਵਰਫਲੋ ਹੋਊਗਾ ਨਾ, ਫਿਰ ਉਹ ਤੈਨੂੰ ਉਹ ਪੂੰਜੀ ਜਿਹੜੀ ਹੈ ਉਹ ਰਾਸ ਆਉਣੀ ਹੈ, ਫਿਰ ਟਿਕਟ ਮਿਲਣੀ ਹੈ। ਇੰਨਾ ਇਕੱਠਾ ਕਰਨਾ ਹੈ ਕਿ ਉਹ ਏਦਾਂ ਮਤਲਬ ਕਹਿੰਦੇ ਉਹਨੂੰ ਵਣਜਣਾ ਹੈ, ਉਹਨੂੰ ਇਕੱਠਾ ਕਰੀ ਜਾਣਾ ਹੈ ਤਾਂ ਕਿ ਉਹ ਹਉਮੈ ਉਹ ਤਾਂ ਹੀ ਨਿਕਲੂਗੀ। ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਭੀ ਸਮਾਏ, ਉਹ ਤਾਂ ਹੀ ਨਿਕਲਣੀ ਹੈ। ਤਾਂ ਹੀ ਫਿਰ ਉਹ ਜਿਹੜੀ ਹੈ ਜਦੋਂ ਉਹ ਫਿਰ ਤੋੜ ਥੋੜੀ ਆਉਂਦੀ ਹੈ। ਮਾਲਕ ਕਹਿ ਰਹੇ ਬਿਲਕੁਲ ਜਦੋਂ ਪਰਮਾਤਮਾ ਨੂੰ ਤੁਸੀਂ ਭਾ ਗਏ, ਉਹ ਪਾਉਣਾ ਕਦੋਂ ਹੈ? ਸਵਾਸ ਦਿਓ, ਟਾਈਮ ਸਮਾਂ ਦਿਓ, ਬੈਠੋ ਉਹਦੇ ਚ ਸੁਣਨ ਦੇ ਵਿੱਚ ਔਰ ਮੈਂ ਛੱਡੋ, ਹਉਮੈ ਛੱਡੋ। ਹਉਮੈ ਛੱਡਣੀ ਕਿਵੇਂ ਹੈ ਕਿ ਫਿਰ ਵਿਚਾਰ ਹੋ ਜਾਓ। ਜਿੱਥੇ ਮਨ ਜਿੱਥੋਂ ਮੈਂ ਉਪਜ ਰਹੀ ਆ ਮੇਰਾ ਤੋਂ, ਉਹਨੂੰ ਸਟਾਪ ਕਰ ਦੋ।
ਤੇ ਸੁਣ ਦੇ ਵਿੱਚ ਬੈਠੋ, ਉੱਥੇ ਸੱਚ ਦਾ ਵਾਰ ਹੀ ਹੋ ਰਿਹਾ, ਉੱਥੇ ਹੋਰ ਕੁਝ ਹੈ ਹੀ ਨਹੀਂ। ਬਿਲਕੁਲ। ਔਰ ਓਵਰਫਲੋ ਹੋ ਕੇ ਉਹਨੇ ਤੁਹਾਨੂੰ ਪਹੁੰਚਾ ਦੇਣਾ। ਉਹ ਸੌਖਾ ਜਿਹਾ ਢੰਗ ਹੈ। ਉਹ ਲਿਖਿਆ ਪ੍ਰਾਪਤ ਹੋਏ, ਧੁਰ ਲਿਖਿਆ ਪ੍ਰਾਪਤ ਹੋਏ ਦਾ ਮਤਲਬ ਕੋਈ ਲੇਖ ਲਿਖ ਕੇ ਪਹਿਲਾਂ ਵੀ ਆਏ ਆ, ਤਾਂ ਹੀ ਅੱਜ ਬੈਠੇ ਆ ਸਾਰੇ ਆਪਾਂ। ਹਾਂ, ਔਰ ਲੇਖ ਹੀ ਵਧਾ ਰਹੇ ਆ, ਭਾਗ ਹੀ ਬਣਾ ਰਹੇ ਆ। ਨਹੀਂ ਤੁਰ ਲਿਖਿਆ ਹੋਇਆ, ਨਹੀਂ ਪਹਿਲਾਂ ਆਪਸ਼ਨ ਦਿੱਤੀ ਤੇ ਹੁਣ ਦੇ ਦਈਏ, ਇਸੇ ਵਾਸਤੇ ਤਾਂ ਮਨੁੱਖੀ ਸਰੀਰ ਮਿਲਿਆ ਹੋਇਆ। ਜਿਨ੍ਹਾਂ ਨੇ ਸ਼ੁਰੂ ਕੀਤਾ ਹੋਇਆ ਉਹ ਅੱਗੇ ਵਧਾ ਲਈਏ, ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਉਹ ਸ਼ੁਰੂ ਕਰ ਲਈਏ, ਤਾਂ ਕਿ ਘੱਟੋ ਘੱਟ ਹੁਣ ਪਤਾ ਲੱਗ ਗਿਆ ਕਿ ਸੱਚ ਕੀ ਹੈ, ਤਾਂ ਹੁਣ ਹੀ ਚੱਲ। ਬਿਲਕੁਲ। ਅੱਛਾ, ਗੋਰਖੀ ਸਾਹਿਬ ਆ ਗਏ। ਅੱਛਾ ਜੀ, ਅੱਛਾ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹਾਂਜੀ ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਲਸੋ ਕੋਈ ਨਹੀਂ, ਹੁਣ ਫਤਿਹ ਨਾ ਬੁਲਾਓ, ਲੇਟ ਹੋ ਗਿਆ ਜੀ ਫਿਰ ਮੈਂ। ਹਾਂਜੀ ਨਿੱਜਰ ਸਾਹਿਬ ਆਪ ਸ਼ੁਰੂ ਕਰੋ ਪਲੀਜ਼। ਹਾਂ, ਇਹ ਨਾ ਚੌਥੇ ਪਾਤਸ਼ਾਹੀ ਦਾ ਸ਼ਲੋਕ ਸੀਗਾ। ਉਹ ਕਹਿੰਦੇ ਕਿ ਵੀ ਪਰਮਾਤਮਾ ਨੂੰ ਮਿਲਣਾ ਹੈ, ਖਿੱਚ ਪੈਦਾ ਹੋ ਗਈ ਹੈ ਪਰਮਾਤਮਾ ਦੀ, ਤੇ ਆਪ ਔਗੁਣ ਜਿਹੜੇ ਹੈਗੇ ਵਿਚਾਲੇ ਆ ਗਏ ਆ ਹੁਣ। ਮਹਲਾ ਚੌਥਾ, ਔਗੁਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਹੁਣ ਸੰਤ ਜਿਹੜੇ ਸੰਤਾਂ ਦੇ ਜਿਹੜੇ ਬ੍ਰਹਮ ਗਿਆਨੀ ਹੈਗੇ, ਉਹਨਾਂ ਤੋਂ ਕੀ ਪੁੱਛ ਰਹੇ ਆ ਮਹਾਰਾਜ, ਬਈ ਦੱਸੋ ਮੈਨੂੰ ਹੁਣ ਜਿਹੜਾ ਹੈਗਾ ਮੈਂ ਕਿਵੇਂ ਜਿਹੜਾ ਹੈਗਾ ਨਿਰਮਲ ਕਰਾਂ, ਇਹ ਔਗੁਣ ਮੈਂ ਕਿਵੇਂ ਛੱਡਾਂ, ਇਹਦੇ ਵਾਸਤੇ ਮੈਨੂੰ ਜਿਹੜਾ ਹੈਗਾ ਗਾਈਡੈਂਸ, ਕਿਉਂਕਿ ਮੇਰੇ ਅੰਦਰ ਮਾਲਕ ਦੀ ਖਿੱਚ ਤਾਂ ਪੈਦਾ ਹੋ ਗਈ ਹੈ। ਮੇਰੇ ਅੰਦਰ ਮੈਨੂੰ ਪਤਾ ਲੱਗ ਗਿਆ ਵੀ ਸੱਚ ਕੀ ਹੈਗਾ। ਹੁਣ ਮੈਂ ਕਿਵੇਂ ਜਿਹੜਾ ਹੈਗਾ ਆਪਣੇ ਔਗੁਣ, ਆਪਣੇ ਸੰਸਕਾਰ ਜਿਹੜੇ ਛੱਡਾਂ। ਔਗੁਣੀ ਭਰਿਆ ਸਰੀਰ ਹੈ ਸੰਤੋ ਕਿਉਂ, ਔਗੁਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਕਿਉਂਕਿ ਉਹਨਾਂ ਨੇ, ਸੰਤਾਂ ਨੇ ਆਪਣਾ ਸਰੀਰ ਨਿਰਮਲ ਕਰ ਲਿਆ, ਉਹਨਾਂ ਤੋਂ ਹੀ ਗਾਈਡੈਂਸ ਮਿਲ ਸਕਦੀ ਆ। ਉਹੀ ਸਾਬਣ ਆਪਾਂ ਵੀ ਲਾਵਾਂਗੇ ਜਿਹੜਾ ਸਾਬਣ ਉਹਨਾਂ ਨੇ ਲਾਇਆ ਹੈਗਾ। ਕਹਿੰਦੇ ਗੁਰਮੁਖੇ ਗੁਣ ਵਿਹਾਜੀਏ, ਮਲ ਹਉਮੈ ਕੱਢੇ ਧੋਏ। ਕਹਿੰਦੇ ਭਾਈ ਗੁਣ ਤਾਂ ਵਿਹਾਜਣੇ ਪੈਣੇ ਆ, ਐਵੇਂ ਤਾਂ ਮਿਲਦੇ ਨਹੀਂ ਆ ਗੁਣ, ਮੁਫਤ 'ਚ ਤਾਂ ਗੁਣ ਮਿਲਣ ਵਾਲੇ ਨਹੀਂ ਆ। ਉਹ ਤਾਂ ਸੌਦਾ ਕਰਨਾ ਪੈਣਾ, ਉਹਦੇ ਵਾਸਤੇ ਦੇਣਾ ਪੈਣਾ ਹੈ, ਤੈਨੂੰ ਸਮਾਂ ਦੇਣਾ ਪੈਣਾ ਹੈ, ਤੈਨੂੰ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਗੁਰੂ ਦੇ ਕੋਲ ਬੈਠਣਾ। ਬ੍ਰਹਮ ਗਿਆਨੀ ਹੈ ਤਾਂ ਬ੍ਰਹਮ ਗਿਆਨ ਲੈਣਾ ਪਊਗਾ ਤੈਨੂੰ, ਔਰ ਉਸ ਦੇ ਅਨੁਸਾਰ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਸਵਾਸ ਦੇਣੇ ਪੈਣੇ, ਭਗਤੀ ਕਰਨੀ ਪੈਣੀ, ਧਿਆਨ ਸਿਮਰਨ ਕਰਨਾ ਪੈਣਾ ਹੈ, ਤਾਂ ਜਿਹੜਾ ਹੈਗਾ ਇਹ ਗੁਣ ਮਿਲ ਸਕਦੇ ਆ। ਤਾਂ ਜਿਹੜੀ ਹੈ ਤੇਰੇ ਅੰਦਰ ਜਿਹੜੀ ਹੈ ਔਗੁਣ, ਇਹ ਮੈਲ ਹੈਗੀ ਹਉਮੈ ਦੀ, ਇਹ ਜਾ ਸਕਦੀ ਆ। ਮਲ ਹਉਮੈ ਕੱਢੇ ਧੋਏ, ਸੱਚ ਵਣੰਜੈ ਰੰਗ ਸਿਓ, ਸੱਚ ਸੌਦਾ ਹੋਏ। ਔਰ ਸੱਚ ਜਿਹੜਾ ਵਣਜਣਾ ਹੈਗਾ, ਤੇ ਇਹ ਤਾਂ ਭਾਈ ਬਿਲਕੁਲ ਓਪਰੇ ਮਨੋ, ਜਾਂ ਜਿਹੜਾ ਹੈਗਾ ਕਰਮ ਕਾਂਡਾਂ ਦੇ ਦੁਆਰਾ, ਜਾਂ ਜਿਹੜਾ ਹੈਗਾ ਖਾਲੀ ਮੂੰਹ ਦੇ ਨਾਲ ਜਿਹੜਾ ਹੈਗਾ, ਇਹਦੇ ਨਾਲ ਤਾਂ ਵਣਜਿਆ ਨਹੀਂ ਜਾਣਾ। ਇਹਦੇ ਵਾਸਤੇ ਜਿਹੜਾ ਹੈਗਾ ਸੱਚ ਦੇ ਵਾਸਤੇ ਜਿਹੜਾ ਹੈਗਾ ਸੱਚਾ ਸੌਦਾ ਚਾਹੀਦਾ ਹੈ ਭਾਈ, ਸਵਾਸ ਚਾਹੀਦੇ ਆ, ਅੰਦਰੋਂ ਤੇਰਾ ਮਨ ਜਿਹੜਾ ਹੈਗਾ ਤਿਆਰ ਚਾਹੀਦਾ ਹੈ, ਤੇਰੇ ਅੰਦਰੋਂ ਜਿਹੜਾ ਤੇਰੇ ਹਿਰਦੇ ਦੇ ਵਿੱਚੋਂ ਜਿਹੜਾ ਹੈਗਾ ਇਸ ਪਾਸੇ ਜਿਹੜਾ ਹੈਗਾ ਚੱਲਣ ਦੇ ਵਾਸਤੇ ਜਿਹੜੇ ਹੈਗੇ ਤੇਰੇ ਹਿਰਦੇ ਦੇ ਉੱਤੇ ਜਿਹੜਾ ਹੈਗਾ ਇਹ ਰਸ ਜੋ ਬ੍ਰਹਮ ਗਿਆਨੀ ਕਹਿ ਰਹੇ, ਜੋ ਗੁਰੂ ਕਹਿ ਰਿਹਾ, ਉਹ ਤੇਰੇ ਹਿਰਦੇ, ਉਹ ਆਰਡਰ, ਉਹ ਹੁਕਮ ਤੇਰੇ ਹਿਰਦੇ ਤੋਂ ਨਿਕਲੇ, ਹਿਰਦੇ ਤੇ ਹੋਏ, ਉਕੜ ਜਾਏ, ਤਾਂ ਗੱਲ ਬਣ ਸਕਦੀ ਆ। ਟੋਟਾ ਮੂਲ ਨਾ ਆਵਈ, ਲਾਹਾ ਹਰ ਭਾਵੈ ਸੋਏ। ਕਹਿੰਦੇ ਟੋਟਾ ਤੈਨੂੰ ਆ ਹੀ ਨਹੀਂ ਸਕਦਾ, ਤੇਰੇ ਅੰਦਰ ਜਿਹੜਾ ਹੈਗਾ ਤੈਨੂੰ ਨੁਕਸਾਨ ਹੋ ਹੀ ਨਹੀਂ ਸਕਦਾ। ਕਹਿੰਦੇ ਟੋਟਾ ਮੂਲੇ ਨਾ ਹੋ ਪਾ ਬਈ, ਬਿਲਕੁਲ ਨਹੀਂ ਆਊਗਾ ਭਾਈ, ਤੇਰਾ ਮੂਲ ਤਨ ਵੀ ਸਾਬਤ ਰਹੂ, ਟੋਟਾ ਵੀ ਨਹੀਂ ਆਊਗਾ ਭਾਈ। ਲਾਹਾ ਹਰ ਭਾਵੈ ਸੋਏ, ਲਾਹਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਤੇਰੇ ਅੰਦਰ ਪਿਆਰ ਪੈਦਾ ਹੋ ਜਾਏਗਾ। ਲਾਹਾ ਹਰ ਭਾਵੈ ਸੋਏ, ਇਸ ਤਰ੍ਹਾਂ ਇਹੀ ਮਾਲਕ ਨੂੰ ਇਹੀ ਗੁਰੂ ਨੂੰ, ਇਹੀ ਮਾਲਕ ਨੂੰ ਜਿਹੜਾ ਪਾਉਂਦਾ ਹੈ ਭਾਈ। ਨਾਨਕ ਤਿੰਨ ਸੱਚ ਵਣੰਜਿਆ, ਜਿਨ੍ਹਾਂ ਤੋਰੇ ਲਿਖਿਆ ਪਰਾਪਤ ਹੋਏ। ਔਰ ਇਹ ਕੰਮ ਜਿਹੜਾ ਹੈਗਾ ਉਹੀ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਜਿਹੜੀ ਹੈਗੀ ਆ ਆਪਣੀ ਜਿਹੜੀ ਹੈ ਆਪਸ਼ਨ ਦਿੱਤੀ ਹੈ ਮਾਲਕ ਪਰਮਾਤਮਾ ਨੂੰ, ਬਈ ਮੈਂ ਸੱਚ ਨੂੰ ਚਾਹੁੰਦਾ ਆ, ਮੈਂ ਸੱਚ ਮੈਂ ਸੱਚ ਦਾ ਧਾਰਨੀ ਹੋਣਾ ਚਾਹੁੰਦਾ ਆ। ਮੈਂ ਜਿਹੜਾ ਹੈਗਾ ਇਹ ਝੂਠ, ਜੋ ਮਾਇਆ, ਜੋ ਸਵਾਦ ਹੈਗੀ, ਇਸ ਚੋਂ ਜਿਹੜਾ ਹੈਗਾ ਇਹ ਮੈਂ ਨਿਕਲਣਾ ਚਾਹੁੰਦਾ ਆ। ਇਹ ਜੋ ਜਾਲ, ਜੋ ਕਾਲਕ ਜਿਹੜੀ ਹੈਗੀ, ਜੋ ਆਪਣੇ ਅੰਦਰ ਧੁੰਦ ਜਿਹੜੀ ਹੈਗੀ, ਜੋ ਹਨੇਰਾ ਹੈਗਾ, ਇਹਦੇ ਵਿੱਚੋਂ ਮੈਂ ਨਿਕਲ ਕੇ ਔਰ ਮੈਂ ਪ੍ਰਕਾਸ਼ ਦੇ ਵਿੱਚ ਜਾਣਾ ਚਾਹੁੰਦਾ। ਤੇ ਇਹ ਜਿਹੜਾ ਜਿਨ੍ਹਾਂ ਨੇ ਪਹਿਲਾਂ ਆਪਸ਼ਨ ਦਿੱਤੀ ਹੈ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਹੈਗੀ ਪਹਿਲੀ ਭਗਤੀ ਇਹਦੇ ਵਿੱਚ ਐਡ ਹੋ ਜਾਂਦੀ ਹੈ। ਜਿਨ੍ਹਾਂ ਨੇ ਨਹੀਂ ਦਿੱਤੀ ਉਹ ਜਿਹੜੀ ਹੈ ਹੁਣ ਦੇ ਸਕਦੇ ਆ ਭਾਈ,
ਮਾਲਕ ਤਾਂ ਇਸੇ ਵਾਸਤੇ ਮਨੁੱਖਾ ਸਰੀਰ ਮਿਲੀ ਆ ਆਪਾਂ ਨੂੰ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਉੱਪਰੋਂ ਸਮਝਾ ਰਹੇ ਨੇ, ਕਹਿੰਦੇ ਕਿ ਔਗਣ ਦੇ ਨਾਲ ਭਰਿਆ ਸਰੀਰ ਹੈ, ਤੇ ਫਿਰ ਕਹਿੰਦੇ ਕਿਉਂ ਸੰਤੋ ਨਿਰਮਲ ਹੋਈ? ਕਿ ਤਰੀਕਾ ਦੱਸੋ ਹਾਂ, ਇਹ ਸਾਫ਼ ਕਿੱਦਾਂ ਹੋ ਸਕਦਾ? ਇਹ ਜਿਹੜਾ ਜੋ ਵੀ ਹੈ, ਚਾਹੇ ਕਾਰਨ ਸਰੀਰ ਕਹਿ ਲਓ, ਆਹ ਸਰੀਰ ਕਹਿ ਲਓ, ਇਹ ਸਰੀਰ ਤੇ ਵੈਸੇ ਮਲੀਨ ਨਹੀਂ ਹੁੰਦਾ। ਦੂਜੇ ਸਰੀਰ ਦੀ ਗੱਲ ਕਰਦੇ ਆ, ਸੂਖਮ ਸਰੀਰ ਦੀ, ਕਿਉਂਕਿ ਜਿਹੜਾ ਸਾਡਾ ਸੂਖਮ ਸਰੀਰ ਹੈ ਉਹੀ ਮੈਲਾ ਹੈ। ਬਿਲਕੁਲ ਉਹੀ ਜਾਂਦਾ ਨਾਲ। ਤੁਹਾਡੀ ਬੁੱਧੀ, ਹਾਂ ਤੁਹਾਡੀ ਬੁੱਧੀ, ਤੁਹਾਡਾ ਚਿੱਤ, ਇਹ ਸਾਰੇ ਇਹ ਮਲੀਨ ਹੋ ਜਾਂਦੇ ਨੇ। ਗਿਆਨ ਇੰਦਰੀ, ਕਰਮ ਇੰਦਰੀ ਅੰਦਰੋਂ ਮਲੀਨ ਹੋ ਜਾਂਦੇ ਆ। ਹੁਣ ਇਹ ਕੋਈ ਸਾਬਣ ਦਾ ਵਿਸ਼ਾ ਤੇ ਹੈ ਨਹੀਂ ਕਿ ਆਪਾਂ ਸਾਬਣ ਦੇ ਨਾਲ ਇਹਨਾਂ ਨੂੰ ਸਾਫ਼ ਕਰ ਲਈਏ। ਹਾਂ, ਇਹ ਜਿਹੜਾ ਤਨ ਧੋਤਿਆ ਮਨ ਅੱਛਾ ਨਾ ਹੋਵੇ, ਬਾਣੀ ਵੀ ਕਹਿੰਦੀ ਕਿ ਨਹੀਂ, ਇਹ ਕੋਈ ਤਰੀਕਾ ਲੱਭਣਾ ਪੈਣਾ ਕਿ ਮਨ ਨੂੰ ਧੋਣਾ ਹੈ। ਔਰ ਮਨ ਨੂੰ ਧੋਣ ਦੇ ਲਈ ਦੁਨੀਆ ਤੇ ਉੱਪਰ ਥੱਲੇ ਉੱਪਰ ਜਿੱਥੇ ਮਰਜੀ ਭੱਜ ਜਾਓ, ਇਸ ਸਰੀਰ ਨੂੰ ਧੋਣ ਦਾ ਕੇਵਲ ਇੱਕੋ ਤਰੀਕਾ ਹੈ, ਉਹ ਹੈ ਆਤਮਾ ਦੀ ਅਨੁਭੂਤੀ। ਔਰ ਉਸ ਨੂੰ ਕਰਨ ਦੇ ਲਈ ਤੁਹਾਡੇ ਕੋਲ ਕੇਵਲ ਇੱਕੋ ਹੀ ਤਰੀਕਾ ਹੈ, ਤੁਸੀਂ ਮਨ ਤੋਂ ਅੱਗੇ ਲੰਘ ਜਾਓ। ਇੱਕ ਛੋਟਾ ਜਿਹਾ ਕੰਮ, ਜ਼ਿਆਦਾ ਕੰਮ ਨਹੀਂ, 2 ਪੁਆਇੰਟ ਗੱਲ ਮੈਂ ਦੱਸਣਾ ਚਾਹੁੰਦਾ। ਕੁਛ ਵੀ ਕਰਨ ਦੀ ਲੋੜ ਨਹੀਂ, ਨਾ ਬਾਣੀ ਚ ਦਾ ਲਿਖਿਆ ਹੈ ਕਰਨ ਵਾਸਤੇ। ਜੋ ਕੁਝ ਹੈਗਾ ਇਹਨੂੰ ਏਦਾਂ ਚੱਲਣ ਦਿਓ ਬਸ। ਇੱਕ ਕੰਮ ਕਰਨਾ ਹੈ ਕਿ ਮਨ ਤੋਂ ਅੱਗੇ ਲੰਘਣਾ। ਸਾਰੀ ਜਿੰਨੀ ਵੀ ਤੁਹਾਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ, ਜਿੰਨੀ ਬਾਣੀ ਦੇ ਵਿੱਚ ਸਾਨੂੰ ਜਿਹੜੀ ਨਸੀਹਤ ਦਿੱਤੀ ਜਾ ਰਹੀ ਹੈ, ਸੇਧ ਦਿੱਤੀ ਜਾ ਰਹੀ ਹੈ, ਉਹ ਕੇਵਲ ਇਹੋ ਹੀ ਕਰਨ ਵਾਸਤੇ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜਿਹੜੀ ਮਲੀਨਤਾ ਹੈ, ਜਿਹੜਾ ਥੋੜਾ ਬਹੁਤਾ ਸਾਡੇ ਅੰਦਰ ਹੈਗਾ ਹੈ ਗੜਬੜ, ਉਹਨੂੰ ਸਹੀ ਕੀਤਾ ਜਾਵੇ। ਕਿਉਂਕਿ ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ, ਜਦ ਤੱਕ ਤੁਹਾਡਾ ਮੁਖ ਉਜਲਾ ਨਹੀਂ ਹੁੰਦਾ ਤੁਹਾਨੂੰ ਛੁੱਟੀ ਨਹੀਂ ਮਿਲ ਸਕਦੀ। ਹੁਣ ਉਦਣ ਕਮਲ ਜਾਂਦਾ ਵਾ ਸਕੂਲੇ ਨਾਲ, ਹਰਮਨ ਵੀ ਗਿਆ, ਤੇ ਉਹ ਮੈਡਮ ਬੜੀ ਸਖਤ ਆ, ਪੂਜਾ ਨਾਮ ਉਹਨਾਂ ਦਾ, ਸੰਡੇ ਨੂੰ ਵੀ ਪੜਾਉਂਦੇ ਨੇ ਉਹ। ਤੇ ਹਰਮਨ ਨੇ ਕੰਮ ਨਹੀਂ ਕੀਤਾ, ਕਹਿੰਦੀ ਤੂੰ ਬਹਿ ਜਾ, ਕੰਮ ਕਰੇਗਾ ਤਾਂ ਹੀ ਜਾਵੇਂਗਾ, ਨਹੀਂ ਜਾ ਸਕਦਾ। You have to complete the homework। ਛੁੱਟੀ ਵੀ ਤੁਹਾਨੂੰ ਉਦੋਂ ਮਿਲਣੀ ਹੈ ਨਿੱਜਰ ਸਾਹਿਬ, ਜਦੋਂ ਤੁਸੀਂ ਹੋਮਵਰਕ ਪੂਰਾ ਕਰ ਲੋਗੇ। ਬਿਲਕੁਲ ਠੀਕ ਹੈ। ਛੁੱਟੀ ਨਹੀਂ ਮਿਲਣੀ, ਤਰੀਕਾ ਹੀ ਨਹੀਂ ਹੈਗਾ। ਪਰਮਾਤਮਾ ਆਪਣਾ ਬਣਾਇਆ ਹੋਇਆ ਵਿਧਾਨ ਥੋੜੀ ਬਦਲ ਦੂਗਾ। ਉਹਦੇ ਧਰਮ ਬਣਾਇਆ, ਧਰਮ ਦੇ ਅਨੁਸਾਰ ਉਹਦੀ ਰਿਕੁਆਇਰਮੈਂਟ ਹੈਗੀ ਆ। ਤੁਸੀਂ ਸ਼ੁੱਧ ਹੋ ਕੇ ਆ ਜਾਓ ਤੇ ਜਾਓ, ਗੇਮ ਚੋਂ ਬਾਹਰ ਹੋ ਜਾਓ, ਹੋਰ ਤੇ ਕਹਾਣੀ ਕੁਛ ਵੀ ਨਹੀਂ ਨਾ। ਮਨ ਜਿਹੜਾ ਹੈਗਾ ਜਦ ਬੁੱਧੀ ਦੇ ਕੰਟਰੋਲ ਚ ਆ ਗਿਆ ਨਾ, ਤੇ ਤਦ ਗੱਲ ਬਣ ਜਾਣੀ ਆ। ਬਸ ਉਹੀ ਚਾਹੀਦਾ ਹੈ। ਹਾਂ ਨਿੱਜਰ ਸਾਹਿਬ, ਬੁੱਧੀ ਦੇਖੋ, ਮਨ ਨੇ ਹੌਲੀ ਹੌਲੀ ਆਪੇ ਨਿਰਮਲ ਹੋ ਜਾਣਾ ਵਾ। ਹਾਂ, ਕਿਉਂਕਿ ਇਹਦੀਆਂ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ, ਜਿਹੜੀਆਂ ਮੰਗਾਂ ਨੇ, ਉਹਨੂੰ ਹੌਲੀ ਹੌਲੀ ਕਰਕੇ ਉਹਨਾਂ ਨੂੰ ਇਸ ਤੋਂ ਖੋਲੋ। ਬਸ ਉਹੀ ਆ ਮਨ ਤੋਂ ਅੱਗੇ ਲੰਘਣਾ। ਹੋਰ ਤੇ ਕੁਛ ਵੀ ਨਹੀਂ। ਕਬੀਰ ਸਾਹਿਬ ਹੁਣੀ ਕੰਮ ਕਰ ਰਹੇ ਨੇ, ਰਵਿਦਾਸ ਹੁਣੀ ਕੰਮ ਕਰ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕੰਮ ਕੀਤਾ, ਸਾਰੇ ਕੰਮ ਕਰ ਰਹੇ। ਹਾਂ, ਪਹਿਲਾਂ ਤਾਂ ਕੋਈ ਵੀ ਨਹੀਂ ਹੈਗਾ। ਬਿਲਕੁਲ। ਔਰ ਦੇਖੋ ਜੌਬ ਕਰ ਰਹੇ ਨੇ। ਬਿਲਕੁਲ। ਔਰ ਗੁਰਕੀ ਸਾਹਿਬ ਦੇਖੋ, ਕਦੀ ਵੀ ਜਿਹੜਾ ਨਾ ਮੇਲੇ ਦੇ ਵਿੱਚ ਜਦ ਬੱਚਾ ਹੁੰਦਾ ਨਾ, ਤੁਸੀਂ ਦੇਖੋ ਬੱਚਾ ਕਹਿੰਦਾ ਮੈਂ ਤਾਂ ਜਾਂਦਾ ਹੀ ਨਹੀਂ, ਮੈਂ ਉੱਥੇ ਹੀ ਲਿਟਿਆ ਹੋਇਆ। ਬਸ ਬੱਚੇ ਨੂੰ ਛੱਡ ਦੋ ਉੱਥੇ ਲਿਟੇ ਨੂੰ, ਆਪ ਲੰਘ ਜਾਓ ਅੱਗੇ ਚੁੱਪਚਾਪ। ਦੇਖੋ ਕਿਵੇਂ ਜਿਹੜਾ ਆਉਂਦਾ, ਮੂੰਹ ਨੱਕ ਪੂੰਝਦਾ ਹੋਇਆ ਤੁਹਾਡੇ ਮਗਰ ਤੁਰਿਆ ਆਊਗਾ। ਨਿੱਜਰ ਸਾਹਿਬ, ਉਹਦਾ ਤਰੀਕਾ ਹੀ ਉਹ ਆ। ਜੇ ਤੁਸੀਂ ਨਹੀਂ ਸੁਧਾਰੋਗੇ ਤੇ ਉਹ ਬੱਚੇ ਨੇ ਨਹੀਂ ਸੁਧਰਨਾ। ਹਾਂ, ਉਹ ਇੱਕ ਦੋ ਵਾਰੀ ਜਿੱਦ ਕਰੂਗਾ, 3-4 ਮੇਲਿਆਂ ਤੇ ਗਏ ਤੁਸੀਂ, ਉਹਨੂੰ ਪਤਾ ਲੱਗ ਜਾਣਾ ਇਹ ਤੇ ਸੁਣਦੇ ਹੀ ਨਹੀਂ। ਹਾਂ, ਚਲਾਕ ਹੋ ਗਏ। ਵੇਖੋ ਤੁਹਾਡੇ ਕੋਲ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਵੀ ਏਦਾਂ ਹੀ ਕਰਦੇ ਹੁੰਦੇ ਆ ਕਿ ਜਦੋਂ ਪ੍ਰਾਹੁਣੇ ਆ ਗਏ ਉਦੋਂ ਚੀਜ਼ ਮੰਗ ਲੈਣੀ। ਬਸ ਉਹਨਾਂ ਤੇ ਹੁਣ 10 ਰੁਪਏ ਨੂੰ ਕੀ ਕਹੇ ਕਿ ਪ੍ਰਾਹੁਣੇ ਲੱਗੇ ਬੈਠੇ, ਕੱਢ ਕੇ ਦੇ ਦੇਣੇ ਵਿਚਾਰੇ ਨੇ, ਬਜ਼ੁਰਗਾਂ ਨੇ, ਲਾ ਜਾਓ ਭਾਈ। ਸੋ ਇੱਥੇ ਇਹ ਵਿਸ਼ਾ ਹੈਗਾ। ਠੀਕ ਹੈ ਜੀ। ਇਹ ਜਿਹੜਾ ਨਿਰਮਲ ਹੋਣਾ ਹੈ, ਇਹ ਭਗਤੀ ਨਾਲ, ਭਗਤੀ ਤੋਂ ਭਾਵ ਨਿਰਵਿਚਾਰ ਅਵਸਥਾ। ਤੁਸੀਂ ਨਿਰਵਿਚਾਰ ਹੋ ਗਏ, ਇਹ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ ਜੀ ਹੋਈ। ਹਾਂ, ਨਿਰਵਿਚਾਰ ਹੋ ਗਏ ਤੇ ਮਨ ਦੀ ਆਵਾਜ਼ ਤਾਂ ਬੰਦ ਹੋ ਗਈ ਫਿਰ। ਇਹ ਜਿਹੜੀ ਪ੍ਰਾਪਤੀ ਉਦੋਂ ਹੋਣੀ ਆ ਜਦੋਂ ਤੁਸੀਂ ਤੇ ਸਥਿਰ ਹੋ ਜਾਣਾ।
ਸਹਿਜ ਨੇਚਰ ਅਵਸਥਾ, ਉਹ ਸਹਿਜ ਅਵਸਥਾ ਚ ਜਦੋਂ ਆਪਾਂ ਪਰਮਾਨੈਂਟ ਉੱਥੇ ਸਥਿਰ ਹੋ ਗਏ ਨਾ, ਫਿਰ ਕਾਫੀ ਵੱਡੀ ਪ੍ਰਾਪਤੀ ਹੈ। ਕਿਉਂਕਿ ਉੱਥੇ ਪਹੁੰਚ ਜਾਣਾ ਬੜੀ ਵੱਡੀ ਗੱਲ ਹੈ। ਜਾਣਾ ਆਉਣਾ। ਫਿਰ ਕਬੀਰ ਸਾਹਿਬ ਕਹਿੰਦੇ ਮੁਕਤ ਦੁਆਰਾ ਮੋਖਲਾ ਸਹਿਜੇ ਆਓ ਜਾਓ। ਹਾਂ, ਉਹ ਫਿਰ ਰਾਮਾਨੰਦ ਜੀ ਕਹਿੰਦੇ ਕਤ ਜਾਈਏ ਰੇ ਕਰ ਲਾਗੋ ਰੰਗ। ਫਿਰ ਉੱਥੇ ਤੋਂ ਕਹਿੰਦੇ ਮੇਰੇ ਚਿੱਤ ਨਾ ਚੱਲੇ ਮਨ ਭਇਓ ਭੰਗ। ਹਾਂ ਠੀਕ ਹੈ ਜੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵਿਚਾਰ ਮਰੇ ਤਰੇ ਤਾਰੇ ਉੱਡ ਜੋੜ ਨਾ ਆਵੇ। ਇਹ ਤੁਕ ਤੇ ਕੱਢ ਹੀ ਲੈਂਦੇ ਵਿੱਚੋਂ, ਕੋਈ ਬੋਲਦਾ ਹੀ ਨਹੀਂ ਉਹਦੇ ਬਾਰੇ, ਕੋਈ ਵਿਸ਼ਾ ਹੀ ਨਹੀਂ ਹੈਗਾ। ਠੀਕ ਹੈ ਜੀ, ਅੱਗੇ ਚੱਲੀਏ। ਇੱਥੇ ਮਲੀਨਤਾ ਦੀ ਗੱਲ ਕੀਤੀ ਹੈ। ਉਹ ਕਹਿੰਦੇ ਜਿਹੜਾ ਸਰੀਰ ਹੈ ਔਗਣ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਉਹ ਸੰਤਾਂ ਨੂੰ ਪੁੱਛ ਰਹੇ ਆ, ਆਮ ਬੰਦੇ ਕੋ ਨਹੀਂ ਪੁੱਛ ਰਹੇ ਜੀ। ਠੀਕ ਹੈ ਜੀ, ਅੱਗੇ ਬੋਲੋ ਨਿਜਰ ਸਾਹਿਬ। ਗੁਰਮੁਖ गुण व्याजिए मल हमें कटे तो ये इस तरह निर्मल हो सकता है भाई। गुरमुख गुरु दे राही ਜਿਹੜਾ ਗੁਰਮੁਖ ਜਿਹੜੇ ਬ੍ਰਹਮ ਗਿਆਨੀ ਹੈਗੇ, ਸੰਤ ਜਿਹੜੇ ਹੈਗੇ, ਉਹ ਜਿਸ ਤਰ੍ਹਾਂ ਉਹਨਾਂ ਨੇ ਨਿਰਮਲ ਕੀਤਾ ਹੈ, ਉਹ ਸਭ ਉਹ ਤਾਂ ਸਾਰਿਆਂ ਨੂੰ ਦੱਸ ਰਹੇ। ਓਪਨ ਆ ਮਹਾਰਾਜ ਦੀ ਬਾਣੀ ਜਿਹੜੀ ਹੈਗੀ ਚੌਥੀ ਪਾਤਸ਼ਾਹੀ ਆਪਾਂ ਨੂੰ ਦੱਸ ਰਹੇ ਭਾਈ, ਧਿਆਨ ਸਿਮਰਨ ਕਰ ਲਾ, ਗੁਰੂ ਦੀ ਮੱਤ ਲੈ ਲਾ, ਬਸ ਇਸ ਤਰੀਕੇ ਨਾਲ ਨਿਰਮਲ ਹੋ ਜਾਏਗਾ। ਉਹ ਕਹਿੰਦੇ ਆ ਕਿ ਜਿਹੜੀ ਤੇਰੀ ਕੁਬੁੱਧੀ ਹੈ ਉਹਨੂੰ ਤੂੰ ਪਿੱਛੇ ਕਰ ਲਾ ਤੇ ਬੁੱਧੀ ਲੈ ਆ, ਵਿਵੇਕ ਲੈ ਆ। ਹਾਂ, ਵਿਵੇਕ ਤੈਨੂੰ ਦੱਸ ਦੂਗਾ ਸਹੀ ਕੀ ਹੈ ਗਲਤ ਕੀ ਹੈ। ਫਿਰ ਗਲਤ ਦਾ ਤਿਆਗ ਕਰ ਦੇ ਤੇ ਕਬੀਰ ਸਾਹਿਬ ਨੂੰ ਸਹੀ ਨੂੰ ਫੜ ਲਾ। ਬਿਲਕੁਲ। ਕਬੀਰ ਸਾਹਿਬ ਤੇ ਨਹੀਂ ਕਹਿੰਦੇ ਕਿ ਰਸਤਾ ਬੜਾ ਆਸਾਨ ਹੈ, ਉਹ ਕਹਿੰਦੇ ਔਖੀ ਹੈ ਘਾਟੀ। ਫਿਰ ਹੁਣ ਜਦੋਂ ਇਹ ਭੋਗਾਂ ਦੇ ਵਿੱਚ ਆਪਾਂ ਬਹਿਨੇ ਆ ਕਿ ਆਪਣੇ ਅੰਦਰ ਹਨੇਰਾ ਵੱਧ ਹੈ, ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਹਾਂ, ਤੇ ਜਦੋਂ ਸਾਡੇ ਅੰਦਰ ਚੰਗਿਆਈ ਵੱਧਦੀ ਹੈ ਪਰਮਾਤਮਾ ਨੇ ਕੀ ਪਾਇਆ ਬਈ ਕਮਾਓਗਾ ਨਾ। ਤੁਹਾਡੀ ਆਵਾਜ਼ ਕੱਟ ਗਈ ਹੈ ਜੀ ਗੋਰਖੀ ਸਾਹਿਬ, ਆਵਾਜ਼ ਕੱਟ ਗਈ ਤੁਹਾਡੀ। ਗੋਰਖੀ ਸਾਹਿਬ ਆਵਾਜ਼ ਤੁਹਾਡੀ ਕੱਟ ਗਈ ਹੈ। ਪਹਿਲਾਂ ਤੁਹਾਡੀ ਭਗਤੀ ਨਹੀਂ ਚਾਹੁੰਦਾ, ਜੇ ਤੁਹਾਡਾ ਜੀਵਨ ਸਹੀ ਨਹੀਂ ਹੈ ਨਾ, ਉਹ ਤੁਹਾਡੀ ਭਗਤੀ ਵੀ ਸਮਝ ਲਓ ਕਿ ਨਾਟਕ ਹੀ ਆ। ਬਸ ਤੁਸੀਂ ਪਤਾ ਨਹੀਂ ਕੀ ਕਰ ਰਹੇ ਹੋ। ਜਿੱਦਾਂ ਆਮ ਨਹੀਂ ਬੰਦਾ ਅੱਗੇ ਬੜਾ ਵੱਡਾ ਦਾਨੀ ਹੈ, ਉਹਦੇ ਕੋਲ ਇੰਨੇ ਕਰੋੜ ਦਾ ਸੋਨਾ ਚੜਾਤਾ ਜੀ, ਪਾਣੀ ਕਿਹੜੀ ਘਾਤੀ ਤੇ ਪਤਾ ਕਿਹੜੇ ਬਣਾਤੀ। ਸੰਸਾਰੀ ਬੰਦੇ ਇਹਨਾਂ ਚੀਜ਼ਾਂ ਨੂੰ ਬਹੁਤ ਵੱਡੀ ਗੱਲ ਸਮਝਦੇ ਆ। ਪਰ ਜੇਕਰ ਤੁਸੀਂ ਗ੍ਰੰਥਾਂ ਦੇ ਅਧਿਐਨ ਕਰਦੇ ਜੋ ਨਾ, ਗ੍ਰੰਥਾਂ ਚ ਇਹੋ ਜਿਹੀ ਗੱਲ ਦਾ ਕੋਈ ਬਹੁਤਾ ਵੈਲਿਊ ਨਹੀਂ ਪਾਈ ਉਹਨਾਂ ਨੇ। ਉਹ ਤੁਹਾਡੇ ਆਪਣੇ ਅੰਦਰ ਦੀ ਉਚਾਈ ਨੂੰ ਦੇਖਦੇ ਕਿ ਤੁਸੀਂ ਅੰਦਰੋਂ ਕਿੱਦਾਂ ਦੇ। ਬਾਹਰ ਦਾ ਜਿਹੜਾ ਰੂਪ ਆ ਉਹ ਉਹਨਾਂ ਨੂੰ ਪਤਾ ਹੈ ਝੂਠਾ ਵੀ ਬਣ ਸਕਦਾ ਹੈ। ਗੋਰਖੀ ਸਾਹਿਬ ਤੁਹਾਡੀ ਆਵਾਜ਼ ਬੰਦ ਹੋ ਗਈ ਆ, ਆਵਾਜ਼ ਤੁਹਾਡੀ। ਗੁਰਕੀ ਭਾਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਗੁਰਕੀ ਆਵਾਜ਼ ਨਹੀਂ ਆ ਰਹੀ ਸਹੀ। ਉਹਨਾਂ ਦਾ ਬਲੂਟੁੱਥ ਹੋ ਗਿਆ, ਕੋਈ ਨਹੀਂ ਚੱਲਣਗੇ। ਆਵਾਜ਼ ਠੀਕ ਨਹੀਂ, ਕੱਟ ਕੇ ਲਾਓ ਦੁਬਾਰਾ, ਕੱਟ ਕੇ ਲਾਓ ਜੀ। ਜੇ ਮੈਂ ਗੱਲਾਂ ਹੀ ਕਰਦਾ ਵਾਂ ਨਿਜਰ ਸਾਹਿਬ, ਉਹ ਕਹਿੰਦੇ ਮੇਰੀ ਆਵਾਜ਼ ਨਹੀਂ ਬਰਾਬਰ ਆ ਰਹੀ। ਅਸੀਂ ਤਾਂ ਘੱਟ ਤੋਂ ਘੱਟ ਪੂਰੇ ਪਿੰਡ ਨੇ ਰੌਲਾ ਪਾਤਾ, ਹੁਣ ਆਈ ਆ। ਹੁਣ ਠੀਕ ਹੈ ਜੀ, ਉਹ ਬਲੂਟੁੱਥ ਦਾ ਚੱਕਰ ਪੈ ਗਿਆ ਜੀ ਤੁਹਾਡਾ। ਹਾਂਜੀ ਹਾਂਜੀ। ਉਹ ਨਿਜਰ ਸਾਹਿਬ ਮੈਨੂੰ ਲੱਗਦਾ ਪਤਾ ਨਹੀਂ ਮੇਰੇ ਨਾ ਉਹ ਵਾਈਫਾਈ ਕਨੈਕਟ ਹੋ ਗਿਆ ਨਾ, ਉਹ ਆ ਬਲੂਟੁੱਥ ਆ ਗਈ। ਹਾਂਜੀ ਹਾਂਜੀ ਹਾਂਜੀ, ਹੁਣ ਬੋਲੋ ਸਹੀ। ਹਾਂਜੀ ਠੀਕ ਹੈ। ਹਾਂ ਮੈਂ ਕਿੱਥੇ ਸੀ? ਤੁਸੀਂ ਤਾਂ ਕਾਫੀ ਕੁਝ ਬੋਲ ਗਏ, ਅਸੀਂ ਵਿੱਚ ਸੁਣ। ਕਿਹੜੀ ਹੁਣ ਦੁਬਾਰਾ ਲਿਆਓ ਉੱਥੋਂ ਕੱਢ ਕੇ। ਇਹ ਦੱਸੋ ਕਿੱਥੇ ਆ ਮੈਂ? ਨਹੀਂ ਕਿੱਥੋਂ ਲਾਸਟ ਸਟੇਟਮੈਂਟ ਕੀ ਸੁਣੀ ਤੁਸੀਂ? ਅਸੀਂ ਤਾਂ ਕਿੱਥੇ ਪਹੁੰਚ ਗਏ ਜੇ ਇੰਨੇ ਭੁਲੱਕੜ? ਨਹੀਂ ਜੀ, ਉਹ ਸੰਤਾਂ ਨੂੰ ਤੁਸੀਂ ਕਹਿ ਰਹੇ ਸੀ ਨਾ ਜੀ ਕਿ ਮਤਲਬ ਸੰਤਾਂ ਨੂੰ ਕੁਐਸਚਨ ਕਰ ਰਹੇ ਨੇ, ਤੇ ਉੱਥੋਂ ਹੀ ਤੁਸੀਂ ਹੁਣ ਦੁਬਾਰਾ ਕਰ ਦਿਓ ਉੱਥੇ ਜਿੰਨਾ ਕੁ ਹੋ ਸਕਦਾ। ਆ ਰਿਵਾਈਜ਼ ਹੋ ਚੁੱਕਿਆ। ਠੀਕ ਹੈ, ਸਭ ਭੁੱਲ ਗਏ, ਸਭ ਪਹੁੰਚ ਗਏ, ਪਤਾ ਕਿੱਥੇ ਪਹੁੰਚ ਗਏ। ਠੀਕ ਹੈ ਜੀ। ਪਤਾ ਕੀ ਆ ਕਿ ਉਹ ਕਹਿ ਰਹੇ ਨੇ ਕਿ ਜਿਹੜੀ ਹਉਮੈ ਆ, ਹਉਮੈ ਦੇਖੋ ਗੱਲਾਂ ਨਾਲ ਖਤਮ ਨਹੀਂ ਜੇ ਹੋਣੀ, ਤੁਹਾਨੂੰ ਪ੍ਰੈਕਟੀਕਲੀ ਉੱਥੇ ਕੁਝ ਕਰਨਾ ਪੈਣਾ। ਔਰ ਜਿੰਨਾ ਚਿਰ ਤੱਕ ਤੁਸੀਂ ਪ੍ਰੈਕਟੀਕਲ ਉੱਥੇ ਕਾਮਯਾਬ ਨਹੀਂ ਨਾ ਹੁੰਦੇ, ਉਹਨਾਂ ਚਿਰ ਤੱਕ ਪ੍ਰਕਿਰਤੀ ਨਹੀਂ ਮੰਨਦੀ, ਨਹੀਂ ਸਵੀਕਾਰ ਹੈ। ਜਿੱਥੇ ਮੇਰੀ ਜ਼ਿੰਮੇਵਾਰੀ ਆ, ਬਾਣੀ ਕਹਿੰਦੀ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਤੁਹਾਨੂੰ ਆਚਾਰੀ ਵੀ ਚੰਗਾ ਬਣਨਾ ਪੈਣਾ। ਜਿੱਦਾਂ ਗੱਲੀਆਂ ਹੀ ਚੰਗੇ ਆ ਨਾ, ਬਹੁਤ ਵਧੀਆ। ਕਿਤੇ ਸਾਡੀ ਕੋਈ ਤਾਰੀਫ ਕਰੇ ਨਾ ਮੇਰੇ ਵਰਗੀ, ਤੇ ਮੇਰਾ ਲੱਕ ਇੱਕਦਮ ਸਿੱਧਾ ਹੋ ਜਾਂਦਾ, ਮੇਰੀ ਨਾਲ ਧੌਣ ਵੀ ਸਿੱਧੀ ਹੋ ਜਾਂਦੀ। ਤੇ ਹਾਂ, ਕੀ ਕਹਿਣਾ ਚਾਹੁੰਦੇ ਆਪ ਸਰ? ਤੁਹਾਡੀ ਆਵਾਜ਼ ਕਲੀਅਰ ਨਹੀਂ ਜੀ।
ਤੁਹਾਡੀ ਸੀਗੀ ਜਿੱਥੇ ਕਿ ਤੁਸੀਂ ਵੀ ਜਿੱਥੇ ਚੜਾ ਰਹੇ ਸੀ ਕਹਿੰਦੇ ਵੀ ਚਾਹੇ ਸੋਨਾ ਚੜਾ ਲਓ ਚਾਹੇ ਕੁਝ ਵੀ ਚੜਾ ਲਓ। ਹਾਂ ਮੈਂ ਬੋਲ ਦਿੰਦਾ। ਠੀਕ ਹੈ ਸਰ, ਠੀਕ। ਹਾਂਜੀ ਹੁਣ ਇੱਥੇ ਪਤਾ ਕੀ ਸਾਧ ਸੰਗਤ ਜੀ, ਦੇਖੋ ਜਿਹੜਾ ਸੰਸਾਰ ਆ ਉਹ ਸਾਡੇ ਬਾਹਰੀ ਰੂਪ ਨੂੰ ਬਹੁਤ ਜ਼ਿਆਦਾ ਮਤਲਬ ਵੈਲਿਊ ਸਮਝਦਾ ਹੈ, ਉਹਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਮਿਲਦਾ ਹੈ। ਅਸੀਂ ਕੋਈ ਦਾਨ ਕਰਦੇ ਹਾਂ, ਅਸੀਂ ਕੋਈ ਪੁੰਨ ਦਾ ਕੰਮ ਕਰਦੇ ਹਾਂ, ਜਿਹੜਾ ਸੰਸਾਰ ਆ ਉਹ ਪਰਵਾਹ ਨਹੀਂ ਕਰਦਾ ਕਿ ਪੈਸਾ ਕਿੱਥੋਂ ਆਇਆ, ਉਹ ਨਹੀਂ ਪਰਵਾਹ ਕਰਦਾ। ਉਹ ਮੇਰੇ ਹੱਥ 'ਚ ਮਾਲਾ ਵੇਖ ਲੇਗਾ, ਮੇਰੇ ਕੱਪੜੇ ਵੇਖ ਲੇਗਾ, ਮੇਰੇ ਸਿਰ ਦਾ ਮੇਰੇ ਪੈਰਾਂ ਦਾ ਪਹਿਰਾਵਾ ਦੇਖੇਗਾ ਨਾ, ਮੈਨੂੰ ਮਾਣ ਸਨਮਾਨ ਬਹੁਤ ਮਿਲੇਗਾ। ਆਮ ਹੀ ਬੰਦਾ ਮੈਨੂੰ ਬਾਬਾ ਕਹਿ ਸਕਦਾ, ਪਰ ਬਾਣੀ ਕਹਿੰਦੀ ਆ ਕਿ ਜਿਹੜਾ ਬਾਹਰੀ ਰੂਪ ਆ ਉਹਦੇ ਕਰਕੇ ਜੇਕਰ ਤੈਨੂੰ ਕੋਈ ਇੱਜ਼ਤ ਮਾਣ ਮਿਲਦਾ ਹੈ ਨਾ, ਤੇ ਇਸ ਕਰਕੇ ਆਪਣੇ ਆਪ ਨੂੰ ਭਰਮ 'ਚ ਨਾ ਪਾਲਾ। ਹੁਣ ਕਈ ਬੰਦੇ ਵੇਖਿਆ ਤੁਸੀਂ ਗੁਰਦੁਆਰੇ ਮੰਦਿਰਾਂ 'ਚ ਜਾਂਦੇ ਨੇ, ਬੜੀ ਸੇਵਾ ਕਰਦੇ ਆ, ਪਰ ਉਹਨਾਂ ਦਾ ਜੇਕਰ ਤੁਸੀਂ ਜੀਵਨ ਵੇਖੋ, ਜੀਵਨ ਇੰਨਾ ਉੱਚਾ ਨਹੀਂ ਹੁੰਦਾ। ਪਰ ਲੋਕਾਂ ਦੀ ਨਜ਼ਰ 'ਚ ਉਹਨਾਂ ਦੀ ਬਹੁਤ ਇੱਜ਼ਤ ਹੁੰਦੀ ਹੈ। ਲੋਕੀ ਕਹਿੰਦੇ ਕਿ ਇਹ ਬੰਦਾ ਬੜੀ ਸੇਵਾ ਕਰਦਾ ਜੀ, 3 ਵਜੇ ਆ ਜਾਂਦਾ, 2 ਵਜੇ ਆ ਜਾਂਦਾ, 4 ਵਜੇ ਆ ਜਾਂਦਾ, ਔਰ ਇੰਨੇ ਸਾਲਾਂ ਤੋਂ ਆਉਂਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹਨਾਂ ਚੀਜ਼ਾਂ ਤੇ ਸਾਨੂੰ ਬਾਣੀ ਸਮਝਾਉਂਦੀ ਹੈ। ਬਾਣੀ ਕਹਿੰਦੀ ਆ, ਦੇਖੋ ਕਹਿੰਦੇ ਕਿ ਆਹ ਦੁੱਖ 'ਚ ਵੇਖੋ ਕਿ ਜਿਹੜੀ ਹਉਮੈ ਹੈ ਇਹਨੂੰ ਕਿੱਦਾਂ ਕੱਢਣਾ ਹੈ। ਜਿਹੜੀ ਹਉਮੈ ਹੈ ਨਾ, ਦੇਖੋ ਇਹਨੂੰ ਧੋ ਕੇ ਕੱਢਿਆ ਜਾ ਸਕਦਾ ਹੈ, ਔਰ ਧੋਣ ਦਾ ਇੱਕ ਬਹੁਤ ਆਸਾਨ ਤਰੀਕਾ ਹੈ। ਹੁਣ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ, ਹਉਮੈ ਏਡੀ ਖਤਰਨਾਕ ਆ। ਪਹਿਲੀ ਗੱਲ ਤੇ ਇਹ ਪਿੰਡ ਦੇ ਵਿੱਚ ਹੈਗੀ, ਮੰਨ ਲਓ ਹਉਮੈ ਕਿਸੇ ਦੇ ਅੰਦਰ ਹੀ, ਉਹ ਕਹਿੰਦਾ ਮੈਂ ਮੈਂਬਰ ਬਣ ਜਾ, ਵੱਡੀ ਗੱਲ ਆ, ਮੈਂਬਰ ਬਣ ਜਾ। ਅਜੇ ਉਹਦੀ ਜਿਹੜੀ ਦੌੜ ਹੈ ਮੈਂਬਰ ਤੱਕ ਆ। ਇੱਕ ਸਮਾਂ ਉਹਨਾਂ ਨੇ ਮੈਂਬਰ ਬਣ ਜਾਣਾ। ਹੁਣ ਜਦੋਂ ਮੈਂਬਰ ਬਣ ਗਿਆ ਨਾ, ਫਿਰ ਉਹਨੇ ਸੋਚਣਾ ਕਿ ਮੈਂ ਜਿਹੜਾ ਮੇਰੇ ਨਾਲ ਦਾ ਮੈਂਬਰ ਹੈ, ਮੈਂ ਇਹਨਾਂ ਤੋਂ ਅੱਗੇ ਲੰਘ ਕੇ ਹੁਣ ਮੈਂ ਸਰਪੰਚ ਬਣਾ। ਹੁਣ ਕੁਝ ਸਮੇਂ ਬਾਅਦ ਉਹਨੇ ਸਰਪੰਚ ਬਣ ਜਾਣਾ। ਫਿਰ ਉਹਨੂੰ ਉੱਥੇ ਵੀ ਚੈਨ ਨਹੀਂ ਮਿਲਦਾ। ਫਿਰ ਉਹ ਕਹਿੰਦਾ ਮੈਂ ਹੁਣ ਬਲੈਕ ਸੰਮਤੀ ਦਾ ਚੇਅਰਮੈਨ ਬਣਾਂਗਾ। ਉਹ ਬਣ ਗਿਆ। ਹੁਣ ਉਹਨੂੰ ਪਤਾ ਲੱਗ ਗਿਆ ਇੱਥੇ ਵੀ ਭਾਈ ਸ਼ੁਰੂ, ਪਹਿਲੀ ਗੱਲ ਤੇ ਸਾਰੇ ਮੈਂਬਰ ਥੋੜੀ ਬਣਦੇ ਆ, ਉੱਥੇ ਥੋੜੇ ਜਿਹੇ 4 ਤੇ ਹੁੰਦੇ ਆ ਪਿੰਡ ਦੇ, 4-5, ਉਹਨਾਂ ਚੋਂ ਹੀ ਬਣਨਾ ਹੁੰਦਾ। ਹੁਣ ਬਲੈਕ ਸੰਮਤੀ ਤੇ ਵੀ ਆ ਕੇ ਬੰਦਾ ਜਿਹੜਾ ਸੰਮਤੀ ਤੇ ਆ ਕੇ ਵੀ ਨਹੀਂ ਰੁਕਦਾ। ਫਿਰ ਕਹਿੰਦਾ ਮੈਂ MLA ਬਣੂ, ਫਿਰ MP ਬਣੂ, ਜਾਂ ਕੁਛ ਨਾ ਕੁਛ ਮਿਨਿਸਟਰ ਬਣੂ, ਫਿਰ ਚੀਫ ਮਿਨਿਸਟਰ ਬਣੂ, ਫਿਰ PM ਬਣੂ। ਬੰਦਾ ਰੁਕਦਾ ਨਹੀਂ ਜੀ। ਇਸ ਕਰਕੇ ਬਾਣੀ ਨੇ ਇਹ ਪਹਿਲਾਂ ਹੀ ਕਹਿਤਾ ਕਿ ਜਿਹੜਾ ਤੂੰ ਸੰਸਾਰ ਦਾ ਭਾਵੇਂ ਤੂੰ ਰਾਜਾ ਵੀ ਬਣ ਜਾਏਗਾ, ਤੂੰ ਸੁਖੀ ਨਹੀਂ ਹੋ ਸਕਦਾ। ਕਿਉਂਕਿ ਤੇਰੇ ਅੰਦਰ ਜਿਹੜੀ ਚੇਤਨਾ ਹੈ ਨਾ, ਉਹ ਸੰਤੋਖ ਦੇ ਵਿੱਚ ਬੈਠੀ ਹੈ, ਔਰ ਤੇਰਾ ਜਿਹੜਾ ਜੀਵਨ ਹੈ ਉਹ ਸੰਤੋਖ ਨਹੀਂ ਹੈਗਾ, ਉਹਦੇ ਵਿੱਚ ਸਬਰ ਨਹੀਂ ਹੈਗਾ। ਲੋੜ ਤੋਂ ਜ਼ਿਆਦਾ ਚੀਜ਼ ਤੇਰੇ ਕੋਲ ਵੀ ਹੋਵੇ ਨਾ ਤੇ ਤੈਨੂੰ ਦਿਖਣੀ ਨਹੀਂ। ਤੇਰੇ ਅੰਦਰ ਜਿਹੜੀ ਭੁੱਖ ਵੱਧਦੀ ਜਾਣੀ, ਜਿੱਦਾਂ ਲੱਕੜ 'ਚ ਲੱਕੜ ਸੁੱਟੀ ਜਾਈਏ, ਲੱਕੜ ਦੀ ਅੱਗ ਜਿਹੜੀ ਨਾ ਭੁੜਕਦੀ ਜਾਂਦੀ ਹੈ ਨਾ, ਉਸੇ ਹੀ ਤਰ੍ਹਾਂ ਭਾਵੇਂ ਇਹ ਜਿਹੜੇ ਵੇਖੋ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨਾ, ਉਹ ਹੋਰ ਅੱਗੇ ਵਧਣਾ ਚਾਹੁੰਦੇ ਆ। ਇੱਕ ਸਮਾਂ ਆਊਗਾ ਉਹਨਾਂ ਨੇ ਕਹਿਣਾ ਕਿ ਇਹ ਧਰਤੀ ਨੂੰ ਛੱਡੋ, ਜਿਹੜੇ ਦੂਜੇ ਗ੍ਰਹਿ ਹੈਗੇ ਆ ਉੱਥੇ ਵੀ ਕਬਜ਼ਾ ਕੀਤਾ ਜਾਵੇ। ਇਨਸਾਨ ਦੀ ਸੋਚ ਵੇਖੋ, ਹੈ ਕਿਤੇ ਕਿੱਡਾ ਨਿੱਕਾ ਜਿਹਾ ਇਨਸਾਨ ਹੈ, 5-6 ਫੁੱਟ ਦਾ, ਪਰ ਵੇਖੋ ਉਹਦੀ ਪਕੜ ਕਿੱਡੀ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਇਨਸਾਨ ਹੈ ਸਾਡੇ ਅੰਦਰ ਵੀ ਹੈਗਾ, ਔਰ ਉਹਨੂੰ ਆਪਾਂ ਸੰਤੋਖ 'ਚ ਲੈ ਕੇ ਆਉਣਾ ਹੈ। ਔਰ ਜਿਹੜਾ ਸੰਤੋਖ ਆ ਉਹ ਭਗਤੀ ਤੋਂ ਬਿਨਾਂ ਸਾਨੂੰ ਪ੍ਰਾਪਤ ਨਹੀਂ ਹੁੰਦਾ, ਔਰ ਇਹ ਉਦੋਂ ਪ੍ਰਾਪਤ ਹੋਊਗਾ ਜਿੱਦਣ ਤੁਹਾਡੀ ਹਉਮੈ ਖਤਮ ਹੋ ਜਾਏਗੀ। ਇਹ ਚੀਜ਼ ਦੇਖੋ, ਇਹ ਸਾਰੀਆਂ ਇੰਟਰਕਨੈਕਟਡ ਨੇ। ਨਿੱਜਰ ਸਾਹਿਬ ਅਗਲੀ ਤੁਕ ਬੋਲੋ। ਹਾਂ, ਸੱਚ ਵਣੰਜੇ ਰੰਗ ਸਿਉ ਸੱਚ ਸੌਦਾ ਹੋਏ, ਟੋਟਾ ਮੂਲ ਨਾ ਆਵੇ, ਲਾਹਾ ਹਰ ਭਾਵੈ ਸੋਏ। ਉਹ ਫਿਰ ਪਰਮੇਸ਼ਰ ਦੇ ਰੰਗ ਦੇ ਵਿੱਚ ਜਿਹੜੇ ਹੈਗੇ ਸੱਚ ਨੂੰ ਵੰਡਣ ਲੱਗ ਜਾਂਦੇ ਆ। ਸੱਚ ਹੈਗਾ ਪਰਮਾਤਮਾ, ਸੱਚ ਹੈਗਾ ਉਹਦਾ ਧਿਆਨ, ਸੱਚ ਹੈਗਾ ਉਹਦਾ ਨਾਮ ਪਦਾਰਥ ਜਿਹੜਾ ਪਾਇਆ ਮਾਲਕ ਨੇ, ਉਸੇ ਦੇ ਦੁਆਰਾ ਆਪਾਂ ਜਿਹੜੇ ਹੈਗੇ ਆਪਾਂ ਵੀ ਸੱਚ ਹੋ ਸਕਦੇ ਆ। ਨਹੀਂ ਤਾਂ ਜਿਹੜੇ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਇਹ ਜਿਹੜੇ ਕੋਲੂ ਦੇ ਬੈਲ ਵਾਂਗੂ ਜਿਹੜੇ ਹੈਗੇ ਆਪਾਂ ਝੂਠ ਦੇ ਵਿੱਚ ਜਿਹੜੇ ਗਤੀ ਕਰਦੇ ਰਵਾਂਗੇ। ਹਾਂਜੀ ਬੇਟੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਦੇਖੋ ਸੱਚ ਦਾ ਜਦੋਂ ਤੁਸੀਂ ਵਣਜ ਕੀਤਾ ਨਾ, ਉਸ ਤੋਂ ਬਾਅਦ ਹੀ ਤੇ ਤੁਹਾਡੇ ਜੀਵਨ 'ਚ ਤੁਹਾਡਾ ਕੰਟਰੋਲ ਆਉਣਾ ਹੈ। ਹਾਂ, ਉਹਦੇ ਵਾਸਤੇ ਸਵਾਸ ਚਾਹੀਦੇ ਗੋਲਕੀ ਸਾਹਿਬ। ਆਪਾਂ ਸੋਚਦੇ ਆ ਸਵਾਸ ਦੇਣੇ ਪੈਣੇ। ਨਿੱਜਰ ਸਾਹਿਬ, ਪਤਾ ਬੰਦਾ ਇੱਕ ਸੋਚਦਾ ਨਾ ਕਿ ਮੇਰਾ ਕੰਟਰੋਲ ਹੈ ਮੇਰੇ ਆਪਣੇ ਆਪ ਤੇ, ਤੁਹਾਡਾ ਬਿਲਕੁਲ ਕੰਟਰੋਲ ਨਹੀਂ ਹੈਗਾ ਨਾ। ਉਹ ਤੁਹਾਡੇ 'ਚ ਤੇ ਇੰਨਾ ਕੰਟਰੋਲ ਨਹੀਂ ਹੈ। ਤੁਸੀਂ ਕਹਿ ਦੋ ਮੈਂ ਰਸਗੁੱਲਾ ਨਹੀਂ ਖਾਣਾ, ਤੁਹਾਡਾ ਬੋਡੀ ਨੇ ਰੌਲਾ ਪਾ ਦੇਣਾ ਤੂੰ ਮਾਲਕ ਹੈ ਕਿ ਮੈਂ ਮਾਲਕ। ਚੱਲ ਫ੍ਰਿਜ 'ਚ ਪਹੁੰਚ ਬੂਆ ਖੋਲ, ਘਰ ਦੇ ਸਾਰਾ ਰੌਲੇ ਪਈ ਜਾਂਦੇ, ਮੰਮੀ ਤੈਨੂੰ ਸ਼ੂਗਰ, ਡੈਡੀ ਤੈਨੂੰ ਸ਼ੂਗਰ, ਨਾ ਖਾਵੀਂ ਰਸਗੁੱਲਾ।
ਉਹ ਕਹਿੰਦਾ ਮੈਂ ਨਹੀਂ ਸੁਣਦਾ, ਰਾਤ ਨੂੰ ਜਾ ਕੇ ਖਾਊਗਾ, ਕੀ ਕਰ ਲੋਗੇ? ਬਿਲਕੁਲ। ਤੁਸੀਂ ਕਹਿੰਦੇ ਮੇਰੇ ਤੇ ਬੜਾ ਕੰਟਰੋਲ ਹੈ, ਇਹ ਮਨ ਦੀ ਗੱਲ ਨਹੀਂ ਮੈਂ ਕਰਦਾ, ਮੈਂ ਕਹਿੰਦਾ ਕਦੀ ਜ਼ਬਾਨ ਤੇ ਕੰਟਰੋਲ ਨਹੀਂ। ਹੁਣ ਜਿਹੜੇ ਮੋਟੇ ਬੰਦੇ, ਮੈਂ ਵਾਕ ਤੇ ਜਾਂਦਾ, ਘੱਟੋ ਘੱਟ ਜ਼ਿਆਦਾ ਨਹੀਂ 70 ਕਿਲੋ ਚਰਬੀ ਨਾਲ ਲਈ ਫਿਰਦੇ, ਤੇ ਕਿੱਥੋਂ ਆ ਗਈ ਉਹ? ਟੈਂਕੀ 'ਚ ਪਾਣੀ ਜਮਾ ਕੀਤਾ ਤੇ ਤਾਂ ਹੀ ਟੈਂਕੀ ਭਰ ਗਈ। 5 ਲੀਟਰ ਪਾਓ, 5 ਲੀਟਰ ਕੱਢੀ ਜਾਓ ਤੇ ਟੈਂਕੀ ਖਾਲੀ ਹੈ। ਇਹਦਾ ਮਤਲਬ ਤੁਸੀਂ 10 ਲੀਟਰ ਪਾ ਰਹੇ ਜੋ ਤੇ ਕੱਢ ਤੁਸੀਂ ਰਹੇ ਜੋ 7 ਲੀਟਰ, 3 ਲੀਟਰ ਹਰ ਦਿਨ ਜਮਾ ਹੋ ਰਿਹਾ, ਤਾਂ ਹੀ ਉਹ ਤੇ ਫੈਟ ਵੱਧ ਗਈ। ਹੁਣ ਇੱਥੇ ਆਪਾਂ ਦੇਖੀਏ ਹਾਂਜੀ ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਹਾਂ, ਤੇ ਸੰਤੋਖ ਤੁਹਾਡੀ ਜ਼ਿੰਦਗੀ 'ਚ ਉਦੋਂ ਆਉਣਾ ਹੈ ਜਦੋਂ ਹਉਮੈ ਘਟ ਗਈ, ਔਰ ਹਉਮੈ ਘਟਣ ਤੋਂ ਬਾਅਦ ਹੀ ਫਿਰ ਤੁਹਾਡੇ ਜੀਵਨ 'ਚ ਤੁਹਾਡਾ ਕੰਟਰੋਲ ਆਉਣਾ ਹੈ। ਫਿਰ ਥੋੜਾ ਜਿਹਾ ਤੁਸੀਂ ਮਾਲਕ ਬਣਨਾ ਹੈ। ਅਜੇ ਤੁਸੀਂ ਮਾਲਕ ਨਹੀਂ ਹੈ, ਤੇ ਗੁਲਾਮ ਜੇ ਇੰਦਰੀਆਂ ਧੁਈ ਫਿਰਦੀਆਂ ਹਨ, ਬਹੁਤ ਪਾਵਰਫੁਲ ਨੇ, ਉਹ ਤੇ ਪੈਰ ਹੀ ਨਹੀਂ ਲੱਗਣ ਦੇਂਦੀਆਂ। ਜਿੰਨੇ ਚਿਰ ਨੂੰ ਤੁਸੀਂ ਫੈਸਲਾ ਲੈਣਾ ਹੈ ਉਹਨੇ ਚਿਰ ਨੂੰ ਤੇ ਮਨ ਲੜਾਈ ਕਰਕੇ ਉਹ ਚੱਲ ਜਾਂਦਾ, ਮੁੜ ਕੇ ਤੁਸੀਂ ਪਛਤਾਉਂਦੇ ਰਹਿੰਦੇ ਜੋ ਮੈਂ ਇਹ ਲਫ਼ਜ਼ ਬੋਲਣੇ ਨਹੀਂ, ਮੈਂ ਕਿਉਂ ਬੋਲਤੇ। ਫਿਰ ਤੇ ਤੁਸੀਂ ਉਹਨੂੰ ਰਿਕਵਰ ਕਰਦੇ ਜੋ ਕਿਸੇ ਤਰੀਕੇ ਨਾਲ ਸੌਰੀ ਸੂਰੀ ਕਹਿ ਕੇ, ਜਾਂ ਘਰ ਦੀ ਨੂੰ ਕਹੂਗੀ, ਜਾਂ ਘਰ ਦਾ ਘਰ ਦੀ ਨੂੰ ਕਹੂਗਾ, ਮਤਲਬ ਕੋਸ਼ਿਸ਼ ਕਰਦਾ ਵਾਈਂਡ ਅਪ ਕਰਨ ਦੀ, ਪਰ ਉਹ ਉਦੋਂ ਜਿਹੜਾ ਮਨ ਸੀ, ਮਨ ਪਾਵਰਫੁਲ ਸੀ, ਉਹ ਕੰਟਰੋਲ ਕਰਕੇ ਗਾਂ ਗਿਆ, ਉਹਨੇ ਤੁਹਾਡੀ ਸੁਣੀ ਨਹੀਂ। ਜਦੋਂ ਤੁਸੀਂ ਭਗਤੀ ਕਰੋਗੇ ਮਨ ਉਸ ਤੋਂ ਬਾਅਦ ਹੀ ਨਿਜਰ ਸਾਹਿਬ ਸੰਤੋਖ ਚ ਆਉਂਦਾ ਹੈ। ਬਿਲਕੁਲ। ਫਿਰ ਮਨ ਨੇ ਇਹ ਸਾਰੇ ਅਗਿਆਨ ਨੂੰ ਛੱਡ ਦੇਣਾ, ਇਹਦਾ ਤਿਆਗ ਕਰ ਦੇਣਾ। ਮਨ ਨੇ ਫਿਰ ਇਹਦੇ ਕੱਪੜੇ ਨਾ, ਇਹ ਔਗਣਾਂ ਦੇ ਕੱਪੜੇ ਹੀ ਲਾ ਦੇਣੇ, ਫਿਰ ਨਿਰਮਲ ਹੋਣਾ ਹੈ। ਬਿਲਕੁਲ। ਜਦੋਂ ਨਿਰਮਲ ਹੋ ਗਿਆ, ਉਹ ਨਾ ਜਿਸ ਤਰ੍ਹਾਂ ਹੁਣ ਜਿਹੜਾ ਹੈ ਨਾ ਕਨਵੈਕਸ ਲੈਂਸ ਹੁੰਦਾ ਹੈ ਗੋਰਖੀ ਸਾਹਿਬ, ਉਹਦੇ ਵਿੱਚ ਦੇਖੋ ਆਪਣੇ ਅੰਦਰ ਜਿਹੜੀ ਹੈਗੀ ਆ, ਹੁਣ ਸੂਰਜ ਦੇ ਪ੍ਰਕਾਸ਼ ਹੈ, ਕਿਰਨਾਂ ਸੂਰਜ ਦੀਆਂ ਹੈਗੀਆਂ, ਸਾਰੀਆਂ ਖਿੰਡੀਆਂ ਪਈਆਂ ਆ। ਉਸੇ ਤਰੀਕੇ ਨਾਲ ਆਪਣਾ ਮਨ ਜਿਹੜਾ ਹੈਗਾ ਵਿਚਾਰਾਂ ਦੇ ਵਿੱਚ ਜਿਹੜਾ ਇਹਦੀ ਸ਼ਕਤੀ ਬਿਲਕੁਲ ਹੈ ਨੀ ਗੀ। ਉਹਨੂੰ ਜ਼ਿਆਦਾ ਆਪਾਂ ਨੇ ਜਿਹੜਾ ਹੈਗਾ ਮਨ ਨੂੰ ਆਪਣੇ ਵਿਚਾਰ ਸ਼ੂਨਯ ਕੀਤਾ, ਸਾਰਾ ਦਾ ਸਾਰਾ ਇੱਕ ਪੁਆਇੰਟ ਤੇ ਆ ਗਿਆ, ਤੇ ਮਨ ਤੋਂ ਜੋ ਮਰਜ਼ੀ ਕਰਵਾ ਲਓ। ਉਸੇ ਤਰੀਕੇ ਨਾਲ ਦੇਖ ਲਓ, ਉਸੇ ਕਿਰਨਾਂ ਦੇ ਨਾਲ ਜਿਹੜਾ ਹੈਗਾ ਆਪਾਂ ਅੱਗ ਲਗਾ ਸਕਦੇ ਹਾਂ। ਇੰਨੀ ਉਹਦੇ ਅੰਦਰ ਜਿਹੜੀ ਹੈਗੀ ਗਰਮੀ ਆ ਜਾਂਦੀ ਹੈ, ਕਾਗਜ਼ ਉਸੇ ਵੇਲੇ ਸੜ ਜਾਂਦਾ। ਨਾ ਮਾਚਿਸ ਹੋਏ ਤੇ ਉਹਨਾਂ ਅੱਗ ਲਾ ਲਓ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਦੇਖੋ ਚ ਇੰਨਾ ਫਰਕ ਹੈ ਜੀ। ਅਗਲੇ ਤੋਂ ਬੋਲੋ ਨਿਜਰ ਸਾਹਿਬ, ਟੋਟਾ ਮੂਲ ਨਾ ਆਵੇ ਲਾਹਾ ਹਰ ਭਾਵੇ ਸੋਏ। ਬਿਲਕੁਲ ਟੋਟਾ ਆ ਹੀ ਨਹੀਂ ਸਕਦਾ ਭਾਈ ਇਹਦੇ ਨਾਲ। ਬਿਲਕੁਲ ਲਾਭ ਹੀ ਲਾਭ ਰਹੂਗਾ ਭਾਈ। ਇਹ ਜਨਮ ਸਵਾਰਿਆ ਜਾਊਗਾ ਆਪਣਾ ਮਨੁੱਖੀ ਜੀਵਨ, ਨਹੀਂ ਤਾਂ ਇਹ ਤਾਂ ਮੂਲ ਵੀ ਚਲੇ ਜਾਣਾ ਆਪਣਾ। ਹਾਂਜੀ ਵੀਰ ਜੀ। ਹਾਂ, ਤੇ ਜਿਹੜੇ ਆਪਣਾ ਜੀਵਨ ਬਦਲ ਲੈਂਦੇ ਆ, ਉਹ ਕਹਿੰਦੇ ਉਹਨਾਂ ਨੂੰ ਕੋਈ ਘਾਟਾ ਨਹੀਂ, ਉਹ ਤੇ ਬਹੁਤ ਪ੍ਰੋਫਿਟ ਚ, ਬਿਕੋਜ਼ ਉਹ ਜਿਸ ਚੀਜ਼ ਦੇ ਲਈ ਇਹ ਜਿਹੜੇ ਫਾਲਤੂ ਦੇ ਜਿਹੜੇ ਰਸ ਨੇ ਭੋਗ ਨੇ, ਦੇਖੋ ਆਪ ਪਲੀਜ਼ ਅੰਡਰਸਟੈਂਡ ਕਰੋ। ਇੱਕ ਸ਼ਰਾਬੀ ਬੰਦਾ ਸ਼ਰਾਬ ਪੀ ਕੇ ਮਸਤੀ ਚ ਰਹਿੰਦਾ ਹੈ, ਪਰ ਤੁਹਾਨੂੰ ਪਤਾ ਆਉਣ ਵਾਲੇ ਸਮੇਂ ਲਈ ਉਹ ਕਿੱਡਾ ਮਾੜਾ ਉਹਦੇ ਲਈ। ਉਹਦੇ ਅੰਦਰ ਜਿਹੜੇ ਪੁਰਜੇ ਹੌਲੀ ਹੌਲੀ ਔਰਗਨ ਜਿਹੜੇ ਸ਼ਟ ਡਾਊਨ ਕਰ ਜਾਣਗੇ ਉਹਦੇ। ਕੋਈ ਵੀ ਤੁਸੀਂ ਨਸ਼ਾ ਜਿਹੜਾ ਇੰਜੋਏ ਕਰਦੇ, ਜੇ ਤੁਸੀਂ ਦੇਹ ਦਾ ਸੁੱਖ ਲੈਂਦੇ ਜੋ, ਵੇਖੋ ਇੱਕ ਸਮਾਂ ਆਉਣਾ ਉਹ ਜਿਹੜਾ ਤੁਸੀਂ ਮਿਸਯੂਜ਼ ਕੀਤਾ ਨਾ ਬੋਡੀ ਨੂੰ, ਉਹਨੇ ਖਤਮ ਹੋ ਜਾਣਾ ਵਾ। ਯਾਰ ਤੁਹਾਡਾ JCB ਆ, ਇੱਕ ਮਸ਼ੀਨ ਆ, ਉਹਨੂੰ ਤੁਸੀਂ ਆਪਣੇ ਕੰਮ ਲਈ ਯੂਟੀਲਾਈਜ਼ ਕਰਨਾ ਹੈ। ਹੁਣ ਤੁਸੀਂ ਐਵੇਂ ਇੱਧਰ ਉੱਧਰ ਭਜਾਈ ਫਿਰੋ ਤੇ ਉਹ ਮਸ਼ੀਨ ਖਰਾਬ ਨਹੀਂ ਹੁੰਦੀ ਆ, ਕਿਉਂਕਿ ਉਹਦੀ ਪਾਵਰ ਨੂੰ ਤੁਸੀਂ ਮਿਸਯੂਜ਼ ਕੀਤਾ ਹੈ। ਇੱਕ ਤੇ ਇਸਤੇਮਾਲ ਕਰਨਾ ਉਹ ਤੇ ਸਹੀ ਹੈ, ਆਪਣੀ ਲੋੜਾਂ ਆਪਾਂ ਪੂਰੀਆਂ ਕਰਨੀਆਂ ਨੇ, ਪਰ ਗੈਰ ਬੇਲੋੜੀ ਐਵੇਂ ਭਜਾਈ ਫਿਰਨਾ ਅਸਕਰ ਮਸ਼ੀਨ ਤੇ ਘਸਦੀ ਹੈ। ਇਸੇ ਤਰ੍ਹਾਂ ਤੁਹਾਡਾ ਸਰੀਰ ਹੈ, ਤੁਹਾਡੀਆਂ ਕਿਡਨੀਆਂ, ਲੀਵਰ, ਇਹ ਜਿਹੜੇ ਭੋਗ ਹੁੰਦੇ, ਭੋਗ ਵਧੀਆ ਨਹੀਂ ਹੁੰਦੇ। ਟੈਂਪਰੇਰੀ ਸੁੱਖ ਮਿਲਦਾ ਹੈ, ਪਰ ਬੰਦੇ ਦਾ ਸੁਭਾਅ ਪਤਾ ਕੀ ਹੈ, ਕਿ ਮੈਨੂੰ ਸੁੱਖ ਮਿਲ ਜੇ ਬਿਨਾਂ ਕੁਝ ਕੀਤਿਆਂ, ਬਿਨਾਂ ਮਿਹਨਤ ਕੀਤਿਆਂ, ਇਟ ਡਜ਼ਨਟ ਮੈਟਰ, ਮੈਂ ਕਿਸੇ ਦੇ ਚੋਰੀ ਦੇ ਪੈਸੇ ਵੀ ਇਸਤੇਮਾਲ ਕਰ ਸਕਦਾ। ਮੈਨੂੰ ਟੈਂਪਰੇਰੀ ਸੁੱਖ ਚਾਹੀਦਾ ਹੈ, ਬਹੁਤ ਸਸਤਾ। ਆਪਣੇ ਸੁੱਖ ਨੂੰ ਵੇਖਣਾ ਹੈ। ਛੋਟਾ ਬੱਚਾ ਵੇਖਿਆ, ਉਹ ਥੋੜੀ ਸੋਚਦਾ ਕਿ ਪੈਸੇ ਪਾਪਾ ਕਿੱਥੋਂ ਲਿਆਉਂਦੇ ਆ, ਉਹ ਕਹਿੰਦਾ ਰੁਪਈਏ 20 ਦਿਓ ਮੈਨੂੰ, ਮੈਂ ਉੱਥੇ ਪੌਪਕਾਰਨ ਖਾਣਾ ਹੈ, ਮੈਂ ਲੇਸ ਖਾਣੇ ਆ, ਮੈਂ ਪੈਪਸੀ, ਮੈਂ ਕੋਲਡ ਡਰਿੰਕ। ਉਹਨੂੰ ਚੰਗਾ ਲੱਗਦਾ ਹੈ। ਛੋਟਾ ਬੱਚਾ ਨਹੀਂ ਦੋਗੇ ਤੇ ਜਿੱਦ ਕਰਦਾ। ਇਸੇ ਹੀ ਤਰ੍ਹਾਂ ਤੁਹਾਡੇ ਅੰਦਰ ਜਿਹੜਾ ਕਿ ਛੋਟਾ ਜਿਹਾ ਬੱਚਾ ਹੈ, ਉਹ ਵੀ ਜਿੱਦ ਕਰਦਾ ਹੈ, ਔਰ ਕਈ ਐਸੀਆਂ ਚੀਜ਼ਾਂ ਮੰਗਦਾ ਹੈ ਜਿਹੜੀਆਂ ਹੁਣ ਤੁਹਾਨੂੰ ਪਤਾ ਹੈਗਾ ਮੰਗਦਾ ਹੈ, ਪਰ ਤੁਸੀਂ ਥੋੜਾ ਸਮਾਜ ਦੇ ਡਰ ਕਰਕੇ ਬੋਲਦੇ ਨਹੀਂ ਲੋਕਾਂ ਕੋਲ।
ਪਰ ਤੁਹਾਨੂੰ ਤੇ ਪਤਾ ਹੈ ਕਿ ਅੰਦਰ ਕੀ ਚੱਲਦਾ ਹੈ ਵਿਜੇ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਉਹ ਚੀਜ਼ਾਂ ਤੁਹਾਨੂੰ ਐਕਸੈਪਟ ਕਰਨੀਆਂ ਪੈਣੀਆਂ। ਔਰ ਉਹ ਜਿਹੜੀਆਂ ਚੀਜ਼ਾਂ ਹੁਣ ਅੱਜ ਨਹੀਂ ਤੇ ਕੱਲ ਨੂੰ ਉਹਨੇ ਡਿਮਾਂਡ ਅੱਗੇ ਰੱਖਣੀ ਹੈ। ਜਿਹੜੀ ਤੁਹਾਡੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਵਿਚਾਰ ਬਣਦਾ ਹੈ, ਵਿਚਾਰ ਬਣ ਕੇ ਹੀ ਤੇ ਉਹਨੇ ਸੰਸਕਾਰ ਬਣਨਾ ਹੈ, ਫਿਰ ਤੇ ਕਰਮ ਕਰਨਾ ਹੈ। ਹਾਂ, ਕਿਉਂਕਿ ਜਿਹੜੀ ਚੀਜ਼ ਅੰਦਰ ਆ ਗਈ ਹੈ, ਪ੍ਰਗਟ ਹੋ ਗਈ, ਉਹਨੇ ਉਹ ਪ੍ਰੋਸੈਸ ਚ ਹੈਗੀ ਹੈ ਨਿਜਰ ਸਾਹਿਬ। ਬਿਲਕੁਲ ਬਿਲਕੁਲ ਪ੍ਰੋਸੈਸ ਚ ਆਏਗੀ। ਹਾਂਜੀ, ਅੱਗੇ ਆਪਣੇ ਨਾਲ ਨਿਜਰ ਸਾਹਿਬ ਤੋਂ ਬੋਲਦੇ ਨਾਨਕ ਤਿੰਨ ਸੱਚ ਬਣ ਜਿਹੜਾ ਜਿਨ ਧੁਰ ਲਿਖਿਆ। ਇਹ ਧੁਰ ਦਾ ਮਤਲਬ ਦੇਖੋ ਪਤਾ ਕੀ ਹੁੰਦਾ ਹੈ ਇੱਥੇ। ਤੇ ਪਹਿਲੀ ਗੱਲ ਤੇ ਉਹ ਇਹ ਕਹਿ ਰਹੇ ਨੇ ਕਿ ਕੁਝ ਨਾ ਕੁਝ ਪੇਂਦ ਬੰਦੇ ਨੇ ਲਾਈ ਹੁੰਦੀ ਹੈ। ਐਵੇਂ ਥੋੜੀ ਆਪਾਂ ਤੁਰ ਪੈਨੇ ਆ। ਇਸ ਕਰਕੇ ਤੇ ਆਪਾਂ ਹੁਣ ਵੇਖੋ, ਆਪਾਂ ਰੋਜ਼ ਥੋੜੀ ਦਿੱਲੀ ਚੱਲ ਜਾਂਦੇ ਆ, ਇੰਗਲੈਂਡ ਚੱਲ ਜਾਂਦੇ ਆ, ਕੈਨੇਡਾ ਚੱਲ ਜਾਂਦੇ ਆ। ਇਸ ਕਰ ਆਪਾਂ ਕੋਈ ਦੀ ਸਟਾਰਟਿੰਗ ਕੀਤੀ ਹੁੰਦੀ ਆ, ਕੋਈ ਸ਼ੁਰੂਆਤ ਕੀਤੀ ਹੁੰਦੀ ਆ, ਫਿਰ ਹੀ ਤਾਂ ਆਪਾਂ ਸਫ਼ਰ ਤੇ ਨਿਕਲਦੇ ਆ। ਏਦਾਂ ਥੋੜੀ ਕਿ ਵੱਡੀਆਂ ਯਾਤਰਾਵਾਂ 1 ਮਿੰਟ 'ਚ ਹੋ ਜਾਂਦੀਆਂ। ਜੇ ਤੁਸੀਂ ਆਤਮ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਜੋ ਜਾਂ ਕਰਨ ਜਾ ਰਹੇ ਜੋ, ਇਹਦਾ ਮਤਲਬ ਤੁਸੀਂ ਕਿਸੇ ਜਾਣੇ ਅਣਜਾਣੇ 'ਚ ਉਹਦੀ ਸਟਾਰਟ ਕੀਤੀ ਹੈ ਜਰਨੀ। ਅਦਰਵਾਈਜ਼ ਬਿਨਾ ਇੱਛਾ ਦੇ ਕੁਝ ਹੋਣਾ ਹੀ ਨਹੀਂ। ਨਾ ਨਾ ਨਾ, ਬਿਲਕੁਲ ਨਹੀਂ ਹੋਣਾ। ਆਪ ਮਕਾਨ ਬਣਾਉਂਦੇ ਜੋ, ਆਪ ਕਾਰ ਖਰੀਦਦੇ ਜੋ, ਆਪ ਕੱਪੜੇ ਖਰੀਦਦੇ ਜੋ, ਆਪ ਸਿੱਧੇ ਦੁਕਾਨ 'ਚ ਨਹੀਂ ਉੱਡ ਕੇ ਚੱਲ ਗਏ। ਪਹਿਲਾਂ ਘਰੇ ਪਲਾਨ ਕੀਤੀ ਆ, ਘਰੇ ਵੀ ਪਲਾਨ ਨਹੀਂ ਕੀਤੀ ਤਾਂ ਕਿੰਨੇ ਮਹੀਨੇ ਦੀ ਤੁਸੀਂ ਪਲੈਨਿੰਗ ਕਰਕੇ ਬੈਠੇ ਪਹਿਲਾਂ ਦੀ। ਔਰ ਉਹਦੇ ਵਾਸਤੇ ਗੋਰਖੀ ਸਾਹਿਬ ਦੇਖੋ, ਆਪ ਇਨਸਾਨ ਨੂੰ ਭੁੱਖ ਲੱਗਦੀ ਹੈ ਤਾਂ ਹੀ ਰੋਟੀ ਦੇ ਵੱਲ ਜਾਊਗਾ। ਜੇ ਭੁੱਖ ਲੱਗੀ ਹੈ ਤਾਂ ਜਾ ਰਿਹਾ ਨਾ। ਇਹ ਵੀ ਭੁੱਖ ਲੱਗਣੀ ਹੈ ਭਾਈ। ਹਾਂ, ਇਹਦਾ ਮਤਲਬ ਕਿ ਤੁਸੀਂ ਉਹਦੀ ਕੋਈ ਡਿਮਾਂਡ ਕੀਤੀ ਹੈ ਤਾਂ ਹੀ ਉਹ ਤੇ ਪ੍ਰਕਿਰਤੀ ਨੇ ਤੁਹਾਡੇ ਸਾਹਮਣੇ ਅਵਸਰ ਪੈਦਾ ਕਰਤਾ ਹੈ। ਉਦਾਂ ਤੇ ਬਣ ਕੇ ਤੁਸੀਂ ਕਮਾ ਹੀ ਨਹੀਂ ਸਕਦੇ। ਬਿਲਕੁਲ। ਤੇ ਹਾਂ, ਇਹ ਤੁਸੀਂ ਕੁਛ ਨਾ ਕੁਛ ਕੀਤਾ ਹੈ। ਹਾਂਜੀ ਨਿਜਰ ਸਾਹਿਬ, ਅੱਗੇ ਚਲੀਏ, ਪੌੜੀ ਤੇ ਆ ਜਾਈਏ। ਹਾਂਜੀ ਹਾਂਜੀ, ਪੌੜੀ ਤੇ ਆ ਗਏ ਜੀ। ਪੌੜੀ ਸਲਾਹੀ ਸੱਚ ਸਲਾਹਣਾ, ਸੱਚ ਸੱਚਾ ਪੁਰਖ ਨਿਰਾਲੇ। ਕਹਿੰਦੇ ਜੇ ਸਲਾਉਣਾ ਆ ਨਾ ਤਾਂ ਭਾਈ, ਜੇ ਸਲਾਉਣਾ ਹੈ, ਜੇ ਤੈਨੂੰ ਮਨੁੱਖਾ ਜੂਨ ਮਿਲੀ ਹੈ, ਜੇ ਸਵਾਸ ਮਿਲੇ ਹੋਏ ਆ ਨਾ, ਜੇ ਤੂੰ ਜਿਹੜਾ ਹੈਗਾ ਉਹਨਾਂ ਨੂੰ ਯੂਜ਼ ਕਰਨਾ ਚਾਹੁੰਦਾ ਹੈ, ਇਹ ਧਨ ਹੈਗਾ। ਸਭ ਤੋਂ ਕੀਮਤੀ ਧਨ ਆਪਣੇ ਸਵਾਸ ਹੈਗੇ। ਇਹ ਜਨਮ ਇੰਨਾ ਕੀਮਤੀ ਜਨਮ ਹੈ ਕਿ ਬਾਣੀ ਕਹਿੰਦੀ ਕਿ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬਿਲਕੁਲ ਫੋਕ ਦੇ ਉੱਤੇ ਸੁੱਟ ਰਹੇ ਹਾਂ ਆਪਾਂ ਆਪਣਾ ਮਨੁੱਖੀ ਸਰੀਰ, ਹੀਰੇ ਵਰਗਾ ਸਰੀਰ ਹੈਗਾ। ਤੇ ਕਹਿੰਦੇ ਜੇ ਸੱਚ ਨੂੰ ਸਲਾਉਣਾ ਹੈ, ਜੇ ਤੂੰ ਇਹ ਸਰੀਰ ਜਿਹੜਾ ਇਹਦਾ ਉਪਯੋਗ ਕਰਨਾ ਹੈ ਮਨੁੱਖੀ ਜੀਵਨ ਦਾ, ਤੇ ਭਾਈ ਉਹ ਮਾਲਕ ਨੂੰ ਸਲਾਹ ਲਾ, ਉਹ ਪਰਮੇਸ਼ਰ ਨੂੰ ਯਾਦ ਕਰ ਲਾ। ਆਪਣੇ ਆਪ ਨੂੰ ਤੂੰ ਕੌਣ ਹੈਗਾ ਆ, ਆਪਣੀ ਆਤਮਾ ਨੂੰ ਦੇਖ, ਆਪਣੀ ਆਤਮਾ ਵੱਲ ਨੂੰ ਯਾਤਰਾ ਕਰ। ਸੱਚ ਸਲਾਹੀ ਸੱਚ ਸਲਾਹਣਾ, ਸੱਚ ਸੱਚਾ ਪੁਰਖ ਨਿਰਾਲੇ। ਕਹਿੰਦੇ ਉਹ ਮਾਲਕ ਪਰਮਾਤਮਾ, ਉਹ ਸੱਚਾ ਪੁਰਖ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਹੁੰਦੇ ਹੋਏ, ਹਰੇਕ ਦੇ ਅੰਦਰ ਹੁੰਦੇ ਹੋਏ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਿਰਾਲਾ ਹੈਗਾ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਪੰਜਾਂ ਤੱਤਾਂ ਤੋਂ, ਹਵਾ ਪਾਣੀ ਅੱਗ ਜਿਹੜੀ ਹੈਗੀ ਆ, ਇਹ ਸਪੇਸ ਔਰ ਧਰਤੀ, ਕਹਿੰਦੇ ਸਾਰੀ ਜੀ ਸਾਰੇ ਤੱਤ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੀ ਪਾਵਰ ਹੈਗੀ, ਉਹਦੀ ਸ਼ਕਤੀ ਹੈਗੀ। ਇਹ ਇਲੈਕਟ੍ਰੋਨ ਪ੍ਰੋਟੋਨ ਨਿਊਟਰੋਨ ਜਿਹੜੇ ਹੈਗੇ, ਇਹ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਨਸ਼ਟ ਨਹੀਂ ਕਰ ਸਕਦੇ। ਇਲੈਕਟ੍ਰੋਨ ਨੈਗੇਟਿਵ ਚਾਰਜ ਪਾਰਟੀਕਲ, ਸਮਾਲ ਪਾਰਟੀਕਲਸ, ਪ੍ਰੋਟੋਨ ਪੋਜ਼ਿਟਿਵ ਚਾਰਜ ਪਾਰਟੀਕਲ, ਉਹਨਾਂ ਦੇ ਵਿੱਚ ਕੁਝ ਮਟੀਰੀਅਲ ਹੈਗਾ, ਕੁਝ ਉਹਨਾਂ ਦੀ ਵਜਨ ਹੈਗਾ। ਨਿਊਟਰੋਨ ਜਿਹੜੇ ਹੈਗੇ ਕੁਝ ਵੀ ਨਹੀਂ ਹੈ, ਨੋ ਚਾਰਜ, ਤੇ ਉਹ ਜਿਹੜੇ ਹੈਗੇ ਨਿਊਟਰਲ ਹੈਗੇ। ਔਰ ਇਹਨਾਂ ਨੂੰ ਆਪਾਂ ਨਸ਼ਟ ਨਹੀਂ ਕਰ ਸਕਦੇ। ਆਪਾਂ ਤਾਂ ਇੱਕ ਐਟਮ ਵੀ ਨਹੀਂ ਨਸ਼ਟ ਕਰ ਸਕਦੇ। ਉਹ ਵੀ ਜਿਹੜਾ ਹੈਗਾ ਚੇਂਜ ਹੋ ਜਾਏਗਾ, ਕਨਵਰਟ ਹੋ ਜਾਏਗਾ। ਐਨਰਜੀ ਜਿਹੜੀ ਹੈ ਉਹਨੂੰ ਡਿਸਟਰੋਏ ਕਰ ਹੀ ਨਹੀਂ ਸਕਦੇ ਆਪਾਂ। ਤੇ ਇਸ ਕਰਕੇ ਉਸ ਸੱਚੇ ਪੁਰਖ ਨਿਰਾਲੇ ਨੂੰ, ਜਿਹੜਾ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਉਹੀ ਹੈਗਾ ਪੁਰਖ, ਜੋ ਮੈਟਰ ਜਿੰਨਾ ਵੀ ਆ ਪਲੈਨਟ, ਸਾਰੇ ਜੋ ਸੰਸਾਰ ਨਜ਼ਰ ਆ ਰਿਹਾ ਆਪਾਂ ਨੂੰ, ਇਹ ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦੇ ਵਿੱਚੋਂ ਨਿਕਲਿਆ ਹੋਇਆ ਹੈ। ਉਸ ਮਾਲਕ ਪਰਮਾਤਮਾ, ਔਰ ਆਪਾਂ ਉਹਦੇ ਵਿੱਚ ਹੀ ਹੈਗੇ ਆ। ਆਪਾਂ ਉਸ ਮਾਲਕ, ਉਹ ਜੋਤ ਸਰੂਪ ਹੈ, ਉਹ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਪੰਜਾਂ ਤੱਤਾਂ ਤੋਂ ਉੱਪਰ ਹੈਗਾ। ਉਸ ਨਿਰਾਲੇ ਪੁਰਖ ਨੂੰ ਸਲਾਹ ਜੇ ਸਲਾਉਣਾ ਚਾਹੁੰਦਾ ਹੈ ਪਿਆਰਿਆ, ਉਹ ਹੈਗਾ ਸੱਚ। ਔਰ ਸੱਚ ਹੈਗਾ ਤੇਰੇ ਅੰਦਰ ਜੋ ਬੋਲਦਾ ਹੈ, ਜੋ ਆਤਮਾ ਤੇਰੀ ਹੈ, ਉਹ ਸੱਚ ਹੈਗੀ ਆ। ਆਪਣੀ ਆਤਮਾ ਦੇ ਨੇੜੇ ਹੋ ਜਾ। ਇਹ ਮਨ ਨੂੰ ਜਿਹੜਾ ਹੈਗਾ ਵਿੰਨ ਲਾ, ਮਨ ਨੂੰ ਜਿਹੜਾ ਹੈਗਾ ਚੁੱਪ ਕਰਾ ਲਾ। ਜਿਹੜਾ ਕਿ ਬੱਚਾ ਤੈਨੂੰ ਟਿਕਣ ਨਹੀਂ ਦਿੰਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਦੇਖਣਾ ਹੈ, ਆ ਵੀ ਪੀਣਾ ਹੈ, ਆ ਵੀ ਖਾਣਾ ਹੈ, ਸਾਰਾ 24 ਘੰਟੇ ਜਿਹੜਾ ਚੱਲਦਾ ਰਹਿੰਦਾ ਹੈ। ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ।
ਕਹਿੰਦੇ ਜੇ ਸੱਚ ਨੂੰ ਸੇਵੇਂਗਾ, ਸੇਵਨਾ ਕੀ ਆ? ਸੇਵਾ ਕਰਨੀ। ਉਹ ਪਰਮਾਤਮਾ ਕਿਹੜਾ ਸਾਹਮਣੇ ਬੈਠਾ ਜਿਹੜਾ ਉਹਦੀਆਂ ਲੱਤਾਂ ਘੁੱਟ ਲਾਂਗੇ ਭਾਈ, ਉਹਨੂੰ ਪੱਖਾ ਚੱਲ ਦਾਂਗੇ, ਉਹਦੀ ਜਿਹੜੀ ਹੈਗੀ ਰੋਟੀ ਪਕਾ ਦਾਂਗੇ ਉਹਨੂੰ, ਮਾਲਕ ਨੂੰ। ਉਹਨੂੰ ਸੱਚ ਨੂੰ ਕਿਵੇਂ ਸੇਵਣਾ ਹੈ? ਸੱਚ ਨੂੰ ਸੇਵਣਾ ਹੈ ਬਈ ਤੂੰ ਮਾਇਆ ਨੂੰ ਸੇਵਣੀ ਜਿਹੜੀ ਬੰਦ ਕਰ ਦੇ। ਆ ਦੁਨੀਆ ਦੇ ਵਿੱਚ ਜਿਹੜਾ ਹੈਗਾ ਤੇਰੇ ਤੂੰ ਤਾਂ ਕਦੀ ਜਿਹੜਾ ਹੈਗਾ ਤੇਰੇ ਅੰਦਰ 24 ਘੰਟੇ ਮਾਲਕ ਰੋਜ਼ ਦਿੰਦਾ ਹੈ, 24 ਘੰਟੇ ਤੂੰ ਤਾਂ 24 ਮਿੰਟ ਜਿਹੜਾ 24 ਸੈਕਿੰਡ ਵੀ ਨਹੀਂ ਮਾਲਕ ਨੂੰ ਯਾਦ ਕਰਦਾ। ਤੂੰ ਤਾਂ ਮਾਇਆ ਨੂੰ ਸੇਵ ਰਿਹਾ। ਮਾਇਆ ਨੂੰ ਕਿਵੇਂ ਸੇਵਦਾ ਹੈ ਤੂੰ? ਮਾਇਆ ਜਿਹੜੀ ਹੈ, ਪਦਾਰਥ ਜਿਹੜੇ ਹੈ, ਇਹ ਕਿਵੇਂ ਤੈਨੂੰ ਇਹਨਾਂ ਦੇ ਬਾਰੇ ਸੋਚਣਾ ਪੈਂਦਾ ਹੈ? ਇਹ ਤਾਂ ਆਟੋਮੈਟਿਕਲੀ ਤੂੰ ਸੇਵ ਰਿਹਾ। ਇਸ ਤਰ੍ਹਾਂ ਜੇ ਤੂੰ ਸੱਚ ਨੂੰ, ਪਰਮਾਤਮਾ ਨੂੰ ਕਿਉਂ ਨਹੀਂ ਸੇਵ ਸਕਦਾ? ਇਸ ਤਰ੍ਹਾਂ ਫਿਰ ਉਹ ਮਨ ਦੇ ਵਿੱਚ ਵਸ ਜਾਏਗਾ ਜੇ ਆਪਾਂ ਉਹ ਮਾਲਕ ਨੂੰ ਜਿਹੜਾ ਜਿਹਨੇ ਬਣਾਇਆ ਕਿਨੇ ਆ, ਐਸਾ ਇੰਜੀਨੀਅਰ, ਐਸਾ ਡਾਕਟਰ ਜਿਹੜਾ ਹੈਗਾ ਆਪਣੀ ਬਾਡੀ ਬਣਾਉਣ ਵਾਲਾ, ਇੰਨੇ ਇੱਕ ਅੰਗ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਸੰਸਾਰ ਨੂੰ, ਪਲੈਨਟਸ ਨੂੰ, ਧਰਤੀ ਨੂੰ ਕਿਵੇਂ ਹਵਾ ਦੇ ਵਿੱਚ ਜਿਹੜਾ ਹੈਗਾ ਉਹਨੇ ਗ੍ਰੈਵਿਟੇਸ਼ਨ ਦੇ ਨਾਲ ਕਿਸ ਤਰ੍ਹਾਂ ਖੜਾ ਕੀਤਾ ਹੋਇਆ ਉਹਨੇ ਸਾਰੀ ਦੀ ਸਾਰੇ, ਔਰ ਇੱਕ ਦੂਸਰੇ ਦੇ ਵਿੱਚ ਟੱਕਰ ਨਹੀਂ ਖਾਂਦੇ, ਔਰ ਉਹਨਾਂ ਦਾ ਟਾਈਮ ਜਿਹੜਾ ਹੈਗਾ ਫ੍ਰੈਕਸ਼ਨ ਆਫ ਦੀ ਸੈਕਿੰਡ ਜਿਹੜਾ ਹੈਗਾ ਉਹ ਟਾਈਮ ਉਹਨਾਂ ਦਾ ਜਿਹੜਾ ਹੈਗਾ ਕੈਲਕੂਲੇਟਡ ਟਾਈਮ ਹੈ, ਮੂਵਮੈਂਟ ਕੈਲਕੂਲੇਟਡ ਹੈਗੇ। ਉਸ ਨੂੰ ਸੇਵਣਾ ਹੈ ਭਾਈ। ਸੱਚ ਸੇਵੀ ਸੱਚ ਮਨੇ ਵਸੈ, ਉਹ ਮਨ ਦੇ ਵਿੱਚ ਵਸ ਜਾਏਗਾ ਭਾਈ, ਪਿਆਰ ਪੈਦਾ ਹੋ ਜਾਏਗਾ। ਨਹੀਂ ਤਾਂ ਜਿਹਦਾ ਰੂਪ ਰੇਖ ਰੰਗ ਨਹੀਂ ਹੈ ਉਹਦੇ ਨਾਲ ਪਿਆਰ ਕਿਵੇਂ ਪੈਦਾ ਹੋਏ ਉਸ ਮਾਲਕ ਪਰਮਾਤਮਾ ਦੇ ਨਾਲ? ਸੱਚ ਸੱਚਾ ਹਰ ਰਖਵਾਲੇ, ਉਹੀ ਤਾਂ ਰਕਸ਼ਾ ਕਰ ਰਿਹਾ ਹੈ ਆਪਣੀ, ਉਹੀ ਤਾਂ ਖਾਣ ਨੂੰ ਦੇ ਰਿਹਾ, ਉਹੀ ਤਾਂ ਹਵਾ ਆਪਣੇ ਅੰਦਰ ਚੱਲ ਰਹੀ ਹੈ, ਸਵਾਸ, ਜਿਨ੍ਹਾਂ ਦੇ ਨਾਲ ਆਪਣੀ ਬਾਡੀ ਔਰ ਜਿਹੜਾ ਹੈਗਾ ਆਪਣੀ ਆਤਮਾ ਔਰ ਜਿਹੜਾ ਇਹ ਸਰੀਰ ਮਿਲਿਆ ਆ ਉਹਦੇ ਨਾਲ ਦੋਨੋਂ ਇੰਟਰਲਿੰਕਡ ਹੈਗੇ ਔਰ ਜੁੜੇ ਹੋਏ ਆ ਆਪਸ ਦੇ ਵਿੱਚ। ਇਹ ਸਵਾਸਾਂ ਦੀ ਕੜੀ ਖਤਮ ਹੋ ਜਾਏ, ਸਵਾਸ ਬੰਦ ਹੋ ਜਾਣ, ਬਸ ਖਤਮ, ਆਦਮੀ ਫਿਨਿਸ਼ ਹੈ। ਫਿਰ ਸਾੜ ਦੋ, ਭਾਵੇਂ ਉਹਨੂੰ ਭਾਵੇਂ ਜਿੱਤੇ ਮਰਜ਼ੀ ਰੋੜ ਦੋ, ਜੋ ਮਰਜ਼ੀ ਕਰ ਲਓ ਉਹਦਾ। ਸੱਚ ਸੇਵੀ ਸੱਚ ਮਨ ਵਸੇ, ਸੱਚ ਸੱਚਾ ਹਰ ਰਖਵਾਲੇ, ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਜਿਨ੍ਹਾਂ ਨੇ ਉਸ ਮਾਲਕ ਨੂੰ ਯਾਦ ਕੀਤਾ ਜਿਹਦਾ ਰੂਪ ਰੇਖ ਰੰਗ ਨਹੀਂ ਹੈ। ਮਾਲਕ ਨੂੰ ਯਾਦ ਕਰਨਾ ਕੀ ਹੈ? ਮਾਇਆ ਨੂੰ ਯਾਦ ਕਰਨਾ ਬੰਦ ਕਰਤਾ, ਅੱਖਾਂ ਬੰਦ ਕਰਕੇ ਆਪਣੀ ਆਤਮਾ ਵੱਲ ਨੂੰ ਜਿਹੜਾ ਹੈਗਾ ਵੀ ਮੈਂ ਕੌਣ ਹੈਗਾ ਆ, ਆਪਣੇ ਵਿਚਾਰਾਂ ਨੂੰ ਬੰਦ ਕਰਨਾ ਸ਼ੁਰੂ ਕੀਤਾ। ਆਹ ਮੈਡੀਟੇਸ਼ਨ ਜਿਨ੍ਹਾਂ ਨੇ ਸ਼ੁਰੂ ਕੀਤੀ। ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ, ਉਹ ਮਾਲਕ ਪਰਮਾਤਮਾ ਦੇ ਨਾਲ ਰਲ ਗਏ। ਉਹ ਪ੍ਰਕਿਰਤੀ ਜਿਹੜੀ ਹੈ, ਪੰਜ ਤੱਤ ਜਿਹੜੇ ਹੈਗੇ, ਇਹ ਸਰੀਰ ਜਿਹੜਾ ਆਕਾਰ ਜਿਹੜਾ ਹੈਗਾ ਇਸ ਤੋਂ ਉੱਪਰ ਉੱਠ ਗਏ, ਆਤਮਾ ਦੇ ਵਿੱਚ ਲੀਨ ਹੋ ਗਏ, ਆਤਮ ਤਲ ਤੇ ਜੀਣ ਲੱਗ ਗਏ। ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਬੇਤਾਲੇ। ਜਿਨ੍ਹਾਂ ਨੇ ਇਹ ਸੱਚ ਸੱਚਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਨ੍ਹਾਂ ਨੇ ਨਹੀਂ ਸੇਵਿਆ, ਇਸ ਮਨੁੱਖ ਜੂਨ ਦੇ ਉੱਪਰ ਆ ਕੇ ਸਿਖਰਲੇ ਡੰਡੇ ਦੇ ਉੱਤੇ, ਉਹ ਕਹਿੰਦੇ ਉਹ ਤਾਂ ਮਨਮੁਖ ਹੈਗੇ, ਮੂਰਖ ਹੈਗੇ ਔਰ ਖੁੰਝੇ ਹੋਏ ਆ। ਬੇਤਾਲੇ ਮਤਲਬ ਤਾਲ ਦੇ ਵਿੱਚ ਨਹੀਂ ਹੈ, ਸਹੀ ਟਰੈਕ ਦੇ ਉੱਤੇ ਨਹੀਂ ਹੈਗੇ ਉਹ। ਇਸ ਕਰਕੇ ਜਿਹੜੇ ਹੈਗੇ ਉਹ ਜਿਹੜੇ ਹੈਗੇ ਉਹ ਉਹਨਾਂ ਦੀ ਮਨੁੱਖੀ ਜੂਨ ਜਿਹੜੀ ਖੁੱਸ ਜਾਏਗੀ। ਸਿਖਰਲਾ ਡੰਡਾ ਹੈਗਾ, 84 ਲੱਖ ਜੂਨਾਂ ਥੱਲੇ ਪਈਆਂ, 42 ਲੱਖ ਪਾਣੀ 'ਚ ਆ, ਔਰ ਬਾਕੀ ਜਿਹੜੇ ਪਰਿੰਦੇ ਦੇਖ ਲਓ, ਔਰ ਬਾਕੀ ਜਿਹੜੇ ਹੋਰ 4 ਪੈਰ ਵਾਲੇ ਜਾਂ ਹੋਰ ਜਿਹੜੇ ਕਿੰਨੇ ਕ੍ਰੀਚਰਸ ਹੈਗੇ ਦੁਨੀਆ ਦੇ ਵਿੱਚ, ਉਹ ਆਲ ਪਤਾਲ ਮੂੰਹੋਂ ਬੋਲਦੇ ਜਿਉਂ ਪੀਤਾ ਮਦ ਮਤਵਾਲੇ। ਔਰ ਜਿਹੜੇ ਨਹੀਂ, ਜਿਹੜੇ ਸੱਚ ਨੂੰ ਅਰਾਧਦੇ, ਉਹ ਕੀ ਕਰਦੇ ਆ ਫਿਰ? ਉਹ ਮਾਇਆ ਨੂੰ ਅਰਾਧਦੇ ਆ। ਮਾਇਆ ਨੂੰ ਅਰਾਧਦੇ ਆ ਤੇ ਉਹ ਫਿਰ ਝੂਠ ਦੇ ਨਾਲ ਆ, ਲੋਕਾਂ ਦੇ ਨਾਲ ਠੱਗੀ ਮਾਰਨਗੇ, ਝੂਠ ਬੋਲਣਗੇ, ਸਾਰੇ ਜਿਹੜੇ ਔਗੁਣ ਹੈਗੇ ਉਹਨਾਂ ਦੇ ਨਾਲ ਚਿੰਬੜੇ ਰਹਿਣਗੇ ਔਰ ਆਲ ਪਤਾਲ ਬੋਲਦੇ ਆ। ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜਿਹੜਾ ਹੈਗਾ ਇਹ ਬੰਦੇ ਨੇ ਜਿਹੜਾ ਨਾ ਪੂਰਾ ਦਾ ਪੂਰਾ ਨਸ਼ਾ ਕੀਤਾ ਹੋਇਆ। ਮਾਇਆ ਦਾ ਐਸਾ ਨਸ਼ਾ ਹੈ, ਇਹ ਸਵਾਦਾਂ ਦਾ, ਪਦਾਰਥਾਂ ਦਾ, ਭੋਗਾਂ ਦਾ, ਔਰ ਰੱਜ ਦਾ ਹੈ ਨਹੀਂ ਗਾ ਇਨਸਾਨ। ਦੇਖ ਲਓ ਜਿੰਨੀ ਵੀ ਉਮਰ ਇਨਸਾਨ ਦੀ ਆਪਣੀ ਹੋ ਗਈ ਆ, ਆਪਾਂ ਦੇਖ ਲਓ ਕਿ ਰੱਜ ਆ ਗਿਆ ਕਿਸੇ ਵੀ ਚੀਜ਼ ਤੋਂ, ਜਿਹੜਾ ਰੂਪ ਦੇਖਣ ਤੋਂ, ਪਰਾਇਆ ਨਿੰਦਾ, ਪਰਾਇਆ ਰੂਪ, ਪਰਾਇਆ ਤਨ, ਹੋਰ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਆ ਕੰਨਾਂ ਦੇ ਜਿਹੜੇ ਹੈਗੇ ਹੋਰ ਸਵਾਦ ਜਿਹੜੇ ਹੈਗੇ ਕੰਨਾਂ ਦੇ ਨਾਲ ਜਿਹੜਾ ਹੈਗਾ ਹੋਰ ਜਿਹੜੇ ਹੈਗੇ, ਸਮਝ ਲਓ ਅੱਜ ਕੱਲ੍ਹ ਜਿਹੜੇ ਹੈਗੇ ਦੇਖ ਲਓ TV ਹੈਗੀ ਆ, ਮੋਬਾਈਲ ਹੈਗਾ ਆ, ਹੋਰ ਨੈਟ ਜਿਹੜਾ ਦੇਖੋ ਕਿੱਥੇ ਤੱਕ ਜਿਹੜਾ ਹੈਗਾ ਇਨਸਾਨ ਨੂੰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਫਸਾਉਣ ਵਾਸਤੇ ਜਿਹੜੇ ਹੈਗੇ। ਮਾਇਆ ਵੀ ਜਿੰਨੀ ਐਡਵਾਂਸ ਹੋਈ ਹੈ ਓਨੀ ਜਿਹੜੀ ਹੈਗੀ ਰੱਬ ਦਾ ਰਸਤਾ ਵੀ ਜਿਹੜਾ ਹੈਗਾ ਇਸ ਪਾਸੇ ਵੀ ਮਾਲਕ ਨੇ ਆ ਜਿਹੜਾ ਹੈਗਾ ਪ੍ਰੋਗਰੈਸ ਦਿੱਤੀ ਹੈ। ਤੇ ਆਪਾਂ ਜਿਹੜੇ ਹੈਗੇ ਇਹਦੇ ਨਾਲ ਜਿਹੜੇ ਹੈਗੇ ਆ ਕਰ ਸਕਦੇ ਆ, ਇਸ ਚੀਜ਼ ਨੂੰ ਜਿਹੜਾ ਹੈਗਾ ਨਿਕਲ ਸਕਦੇ ਆ ਬਾਹਰ ਪਾਏ। ਨਹੀਂ ਤਾਂ ਜਿਹੜੇ ਹੈਗੇ ਇਸ ਤਰ੍ਹਾਂ ਹੀ ਆਲ ਪਤਾਲ ਬੋਲਦੇ ਔਰ ਇਹ ਮੱਧ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਆਪਾਂ ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਉਹ ਗਵਾ ਦਾਂਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਿਲਕੁਲ ਸਿੰਪਲ ਜੀ ਗੱਲ ਹੈ ਸਾਧ ਸੰਗਤ ਜੀ।
ਜੇਕਰ ਕੋਈ ਬੰਦਾ ਸੱਚੀ ਰੱਬ ਨੂੰ ਜਾਣਨਾ ਚਾਹੁੰਦਾ ਹੈ ਨਾ, ਸਭ ਤੋਂ ਪਹਿਲਾਂ ਤੇ ਝੂਠ ਬੋਲਣਾ ਬੰਦ ਕਰੇ ਤੇ ਸੱਚ ਬੋਲਣਾ ਸ਼ੁਰੂ ਕਰ। ਜਿਹੜਾ ਤੁਹਾਡਾ ਅਨੁਭਵ ਹੈ ਉਹ ਬੋਲੋ, ਜਿਹੜਾ ਤੁਹਾਡਾ ਅਨੁਭਵ ਨਹੀਂ ਹੈ ਉਹ ਨਾ ਬੋਲੋ। ਫਾਇਦਾ ਤਾਂ ਕੁਝ ਵੀ ਨਹੀਂ, ਮਿਲਣਾ ਤਾਂ ਕੁਝ ਵੀ ਨਹੀਂ ਉੱਥੇ। ਫੋਕੀ ਹੋਮੇ ਮੇਰੇ ਵਰਗਾ ਐਵੇਂ ਪੰਪ ਮਾਰੀ ਜਾਂਦਾ ਕਿ ਮੈਨੂੰ ਆ ਵੀ ਪਤਾ, ਮੈਨੂੰ ਆ ਵੀ ਪਤਾ। ਜੇ ਨਹੀਂ ਪਤਾ ਤੇ ਸਿੱਧਾ ਐਕਸੈਪਟ ਕਰੋ ਕਿ ਇਹ ਚੀਜ਼ ਦਾ ਮੈਨੂੰ ਗਿਆਨ। ਆਪਾਂ ਜਦੋਂ ਪ੍ਰਟੈਂਡ ਕਰਦੇ ਆ ਨਾ, ਆਪਾਂ ਐਕਟ ਕਰਦੇ ਆ ਕਿ ਸਾਨੂੰ ਆ ਸਾਰਾ ਕੁਝ, ਉਦੋਂ ਪ੍ਰੋਬਲਮ ਹੁੰਦੀ ਹੈ। ਔਰ ਸੱਚ ਨੂੰ ਆਰਾਧਨਾ ਪੈਣਾ ਹੈ। ਆਰਾਧ ਮਤਲਬ ਆਰਾਧਨਾ ਕਰਨੀ। ਜਿੰਨਾ ਸੱਚ ਨੂੰ ਆਰਾਧਿਆ ਨਾ, ਦੇਖੋ ਸੱਚ ਨੂੰ ਆਰਾਧਨਾ ਮਤਲਬ ਉਹਦੀ ਭਗਤੀ ਕਰਨੀ ਪਊ। ਜੇਕਰ ਨਹੀਂ ਆ ਰਿਹਾ, ਗੱਲ ਨਹੀਂ ਬਣਦੀ ਪਈ, ਤੇ ਫਿਰ ਉਹਦੀ ਆਰਾਧਨਾ ਕਰਦੇ, ਉਹਦੀ ਭਗਤੀ ਕਰੋਗੇ ਤੇ ਫਿਰ ਕੀ ਹੋ ਜਾਓਗੇ, ਤੁਸੀਂ ਸੱਚ ਦੇ ਨਾਲ ਰਲ ਜਾਓਗੇ। ਕਿਉਂਕਿ ਮਨ ਨੇ ਉਹਨਾਂ ਚਿਰ ਜਿਹੜਾ ਮਾੜਾ ਕਰਮ ਹੈ, ਇਹਨੇ ਤਿਆਗ ਨਹੀਂ ਕਰਨਾ ਇਹਦਾ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਤੁਸੀਂ ਉੱਥੇ ਰੋਕ ਸਕਦੇ ਜੋ ਉਹਨੂੰ, ਇੱਥੋਂ ਤਿਆਗ ਨਹੀਂ ਕਰਾ ਸਕਦੇ। ਤੁਹਾਡੇ ਅੰਦਰ ਤੇ ਉਹ ਵਿਚਾਰ ਆਉਂਦੇ ਰਹਿਣੇ ਨਾ ਮਾੜੇ। ਇਹ ਵਿਚਾਰਾਂ ਦਾ ਤਿਆਗ ਮਨ ਉਦੋਂ ਕਰਦਾ ਜਦੋਂ ਭਗਤੀ ਕੀਤੀ ਜਾਂਦੀ, ਕਿਉਂਕਿ ਕਾਰਨ ਸਰੀਰ ਨੂੰ ਨਸ਼ਟ ਕਰਨਾ ਕੋਈ ਬੱਚਿਆਂ ਦਾ ਖੇਲ ਨਹੀਂ ਹੈ। ਕਿਉਂਕਿ ਉਹ ਇੱਕ ਬਹੁਤ ਕੰਪਲਿਕੇਟਿਡ ਚੀਜ਼ ਹੈ। ਬਾਣੀ ਦੇ ਵਿੱਚ ਉਹ ਅਵਸਥਾ ਸਾਨੂੰ ਚੰਗੀ ਤਰ੍ਹਾਂ ਦੱਸੀ ਹੈ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ। ਕਿੱਥੇ ਘੜੀਏ, ਜਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਹਾਂਜੀ ਵੀਰ। ਹਾਂ, ਜਦੋਂ ਅਸੀਂ ਆਪਣੇ ਵਿੱਚ ਇਕਾਗਰ ਹੋ ਜਾਂਦੇ, ਧਿਆਨ ਇਕਾਗਰ ਕਰਨਾ ਆਪਣੇ ਅੰਦਰ, ਆਪਣੀ ਜ਼ਿੰਦਗੀ ਦੇ ਵਿੱਚੋਂ 1 ਘੰਟਾ, ਅੱਧਾ ਘੰਟਾ, 45 ਮਿੰਟ ਕੱਢ ਕੇ ਆਪਣੇ ਨਾਲ ਆਸਣ ਲਾਉਣਾ, ਬਾਰ-ਬਾਰ ਉੱਥੇ ਜਾਣਾ। ਉਹ ਉੱਥੇ ਜਾਣ ਦੇ ਨਾਲ ਆਟੋਮੈਟਿਕਲੀ ਸਾਡੇ ਅੰਦਰ ਜਿਹੜਾ ਹਨੇਰਾ ਹੈ ਨਾ, ਉਹਨੇ ਦੂਰ ਹੋ ਜਾਣਾ ਵਾ। ਕਿਉਂਕਿ ਮਨ ਦੀ ਜਿਹੜੀ ਸਪੀਡ ਹੈ ਉਹਨੂੰ ਆਪਾਂ ਹੌਲੀ ਕਰਨਾ। ਸ਼ੁਰੂ ਚ ਤੁਸੀਂ ਆਪਣੇ ਅੰਦਰ ਜਾਣਾ ਹੈ ਨਾ, ਤਾਂ ਤੁਹਾਨੂੰ ਉੱਥੇ ਧੂਲ ਮਿੱਟੀ ਦਿਖਾਈ ਦੇਣੀ ਹੈ, ਕਿਉਂਕਿ ਤੁਸੀਂ ਉੱਥੇ ਗਏ ਹੀ ਨਹੀਂ ਕਿਤੇ। ਇੱਕ ਘਰ ਆ, ਦੇਖੋ ਬਾਣੀ ਕਹਿੰਦੀ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ ਕਾਲਾ ਹੋਆ ਸੁਆ। ਉਹ ਕਹਿੰਦੇ ਕੀ ਤੇ ਪਤਾ ਹੀ ਨਹੀਂ, ਤੂੰ ਅੰਦਰ ਗਿਆ ਹੀ ਨਹੀਂ ਕਿਤੇ। ਆਪਣੇ ਅੰਦਰ ਗਿਆ ਤੂੰ। ਬੰਦਾ ਮੰਦਿਰ 'ਚ ਜਾ ਸਕਦਾ ਹੈ, ਬੰਦਾ ਗੁਰਦੁਆਰੇ ਜਾਂਦਾ ਹੈ, ਬੰਦਾ ਮਸਜਿਦ 'ਚ ਜਾ ਸਕਦਾ ਹੈ। ਬੰਦਾ ਆਪਣੇ ਅੰਦਰ ਜਾਣ ਤੋਂ ਡਰਦਾ ਹੈ। ਡਰ ਲੱਗਦਾ ਕਿ ਅੰਦਰ ਤੇ ਰੌਲਾ ਹੀ ਬੜਾ ਵਾ। ਕਹਿੰਦਾ ਕਿ ਮੈਂ ਤਾਂ ਅੱਖਾਂ ਬੰਦ ਕੀਤੀਆਂ, ਮੈਨੂੰ ਵਿਚਾਰ ਹੀ ਬੜੇ ਆਉਣ ਡੈ ਪੈਂਦੇ ਆ। ਤੈਨੂੰ ਆਉਣ ਡੈ ਨਹੀਂ ਪੈਂਦੇ, ਤੇਰੇ ਅੰਦਰ ਆਲਰੇਡੀ ਬਹੁਤ ਵਿਚਾਰ ਚੱਲ ਰਹੇ ਆ, ਤੈਨੂੰ ਪਤਾ ਨਹੀਂ ਆ। ਔਰ ਤੂੰ ਇੰਨੀ ਜ਼ਿਆਦਾ ਮਸ਼ੀਨ ਦੀ ਸਪੀਡ ਵਧਾ ਲਈ, ਇੰਨੀ ਜ਼ਿਆਦਾ ਵਧਾ ਲਈ। ਹੁਣ ਵੇਖੋ ਦੁਨੀਆ ਤੇ ਡਿਪਰੈਸ਼ਨ, ਐਂਗਜ਼ਾਇਟੀ ਕਿੱਥੋਂ ਆ ਰਹੀ ਹੈ? ਇਹ ਲੋਕਾਂ ਨੇ ਬਹੁਤ ਜ਼ਿਆਦਾ ਅੰਦਰ ਗੜਬੜ ਕਰ ਲਈ ਹੈ, ਮਸ਼ੀਨ ਖਰਾਬ ਕਰ ਲਈ ਆਪਣੇ ਅੰਦਰ। ਮਨ ਦਾ ਕੰਮ ਇੰਨਾ ਹੈ, ਉਹਦਾ ਇਸਤੇਮਾਲ ਕਰੋ। ਜਦੋਂ ਨਹੀਂ ਲੋੜ ਤੈਨੂੰ ਬੰਦ ਕਰ ਦੋ। ਮਸ਼ੀਨ ਜਿੱਦਾਂ ਤੁਸੀਂ ਟੀਵੀ ਚਾਲੂ ਕੀਤਾ ਚੱਲਿਆ, ਪੱਖਾ ਚਾਲੂ ਕੀਤਾ ਚੱਲਿਆ, ਨਹੀਂ ਲੋੜ ਤੈਨੂੰ ਟਰਨ ਆਫ ਕਰ ਦੋ। ਟਰਨ ਆਫ ਕਰਨ ਦਾ ਕੀ ਹੋਊਗਾ? ਫਿਰ ਟਰਨ ਆਫ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਚਿੰਤਨ ਦੀ ਲੋੜ, ਚਿੰਤਨ ਕੀਤਾ, ਨਹੀਂ ਲੋੜ ਤੇ ਬੰਦ ਕਰਤਾ। ਫਿਰ ਤੁਸੀਂ ਜੋ ਕੰਮ ਕਰੋਗੇ, ਇੱਕ ਵੀਰ ਕਹਿੰਦਾ ਕਿ ਵੀਰ ਜੀ ਫਿਰ ਮੈਂ ਕੀ ਕਰਾਂ? ਮੈਂ ਫਿਰ ਭਗਤੀ, ਤੇਰਾ ਜੀਵਨ ਹੀ ਭਗਤੀ ਹੈ। ਜੋ ਵੀ ਤੂੰ ਕੰਮ ਕਰੇਗਾ ਉਹ ਉਸ ਕੰਮ ਦੇ ਵਿੱਚ ਧਿਆਨ ਰੱਖ, ਉਹੀ ਤੇਰੀ ਭਗਤੀ ਹੈ। ਬਿਲਕੁਲ। ਕਹਿੰਦਾ ਵੀਰ ਜੀ ਮੈਂ ਤੇ ਵੈਗਰੂ ਵੈਗਰੂ ਬੋਲਦਾ ਵਾਂ, ਵਿੱਚ ਮੈਂ ਕੰਮ ਵੀ ਕਰੀ ਜਾਂਦਾ ਵਾਂ। ਮੈਂ ਤੇ ਤੂੰ ਤੇ ਫਿਰ ਆਪਣੇ ਮਨ ਨੂੰ ਬਹੁਤ ਬਿਮਾਰ ਕਰ ਲਿਆ। 3-4 ਕੰਮ ਕਰਾਈ ਜਾਂਦਾ, ਵਿੱਚ ਚਾਹ ਪੀ ਜਾਂਦਾ, ਵਿੱਚ ਵੈਗਰੂ ਵੀ ਕਹੀ ਜਾਂਦਾ, ਵਿੱਚ ਦੂਜਾ ਕੰਮ ਵੀ ਕਰੀ ਜਾਂਦਾ। ਮੈਂ ਇਸ ਮਨ ਨੂੰ ਪਹਿਲਾਂ ਸਥਿਰ ਕਰਨਾ ਹੈ। ਔਰ ਤੇਰੀ ਮਾਲਾ ਦੀ ਲੋੜ ਨਹੀਂ ਹੈ ਰੱਬ ਨੂੰ। ਕੰਮ ਇੱਕ ਟਾਈਮ ਤੇ ਇੱਕੋ ਕਰ, ਜਿਹੜਾ ਮਰਜ਼ੀ ਕਰ ਲੈ, ਜਾਂ ਮਾਲਾ ਫੇਰ ਲਾ ਤੇ ਜਾਂ ਕੰਮ ਕਰ ਲੈ। ਦੋਨੋਂ ਕੰਮ ਇਕੱਠੇ ਨਹੀਂ ਕਰ ਸਕਦਾ। ਤੇ ਨਾ ਹੀ ਪ੍ਰਮਾਤਮਾ ਨੂੰ ਏਦਾਂ ਦੀ ਭਗਤੀ ਚਾਹੀਦੀ ਹੈ। ਪ੍ਰਮਾਤਮਾ ਨੇ ਤੇਰੀ ਭਗਤੀ ਦਾ ਕੀ ਕਰਨਾ? 4 ਪਾਉਣਾ। ਪ੍ਰਮਾਤਮਾ ਕਹਿੰਦੇ ਕਮ ਸੇ ਕਮ ਤੂੰ ਆਪਣਾ ਕੰਮ ਸਹੀ ਤਰ੍ਹਾਂ ਕਰ ਲੈ, ਇਹੋ ਹੀ ਤੇਰੀ ਭਗਤੀ ਆ। ਤੂੰ ਆਪਣਾ ਫਰਜ਼ ਨਿਭਾ ਦੇ, ਜੋ ਸੱਚ ਹੈਗਾ ਉਹਨੂੰ ਪ੍ਰਗਟ ਕਰ ਦੇ, ਸੱਚ ਬੋਲ, ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆ। ਇਹੋ ਹੀ ਪ੍ਰਮਾਤਮਾ ਚਾਹੁੰਦਾ ਹੈ। ਤੇ ਜੇਕਰ ਇੰਨੀ ਹਿੰਮਤ ਨਹੀਂ ਆ ਤੇ ਫਿਰ ਆਪਾਂ ਭਗਤੀ ਦਾ ਸਹਾਰਾ ਲਈਏ। ਫਿਰ ਭਗਤੀ ਇੱਕ ਹੋਰ ਆਪਸ਼ਨ ਦਿੱਤਾ ਹੈ ਕਿ ਜਿਹੜਾ ਮਨ ਆ ਉਹਨੂੰ ਇਕਾਗਰ ਕਰਨ ਦੇ ਲਈ ਭਗਤੀ ਬਹੁਤ ਜ਼ਰੂਰੀ ਹੈ। ਕਿਉਂਕਿ ਦਵਾਈ ਜਿੱਦਾਂ ਚਾਹੀਦੀ ਨਾ ਆਪਣੇ ਸਰੀਰ ਦੇ ਵਿੱਚ ਬਿਮਾਰੀ ਕੱਢਣ ਦੇ ਲਈ, ਹੁਣ ਕਈ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਸਾਡੇ ਪਰਹੇਜ਼ ਕਰਨਾ ਹੀ ਠੀਕ ਹੋ ਜਾਂਦੀਆਂ, ਪਰ ਕਈ ਬਿਮਾਰੀਆਂ ਏਦਾਂ ਦੀਆਂ ਹੁੰਦੀਆਂ ਨੇ ਉੱਥੇ ਦਵਾਈ ਖਾਣੀ ਬੜੀ ਜ਼ਰੂਰੀ, ਉੱਦਾਂ ਜਾਂਦੀਆਂ ਨਹੀਂ।
ਤੇ ਆਪਾਂ ਨੂੰ ਫਿਰ ਨਾਮ ਦੀ ਭਗਤੀ ਕਰਨੀ ਪਊਗੀ, ਨਾਮ ਪ੍ਰਗਟ ਹੋ ਜਾਊਗਾ, ਫਿਰ ਉਹ ਸਾਡਾ ਕੰਮ ਕਰੂਗਾ। ਉਹ ਸਾਡੇ ਮਨ ਨੂੰ ਕੀ ਕਰਦਾ ਹੈ, ਕਵਰ ਕਰ ਲੈਂਦਾ ਹੈ ਇਹਦੇ ਨਾਲ, ਪ੍ਰਕਾਸ਼ ਦੇ ਨਾਲ, ਚੇਤਨਾ ਰੂਪੀ ਪ੍ਰਕਾਸ਼ ਦੇ ਨਾਲ ਸਾਡੇ ਮਨ ਨੂੰ ਕਵਰ ਕਰ ਲੈਂਦਾ ਹੈ। ਫਿਰ ਸਾਡੇ ਮਨ ਦੀ ਜਿੱਦਾਂ ਲక్ష్మణ ਰੇਖਾ ਨਹੀਂ ਖਿੱਚੀ ਜਾਂਦੀ, ਤੇ ਸੀਤਾ ਦੇ ਕੋਲ ਕੋਈ ਜਾ ਨਹੀਂ ਸਕਦਾ ਕਿਉਂਕਿ ਲక్ష్మణ ਨੇ ਰੇਖਾ ਖਿੱਚੀ ਸੀ। ਇਸੇ ਹੀ ਤਰ੍ਹਾਂ ਪ੍ਰਕਾਸ਼ ਇੱਕ ਬਾਉਂਡਰੀ ਬਣਾ ਦਿੰਦਾ ਹੈ, ਉਹਦੇ ਵਿੱਚ ਵਿਚਾਰ ਨਹੀਂ ਵੜ ਸਕਦਾ। ਤੁਸੀਂ ਕੋਸ਼ਿਸ਼ ਵੀ ਕਰੋਗੇ, ਉਹ ਚੇਤਨਾ ਦੇ ਵਿੱਚ ਜ਼ਿਆਦਾ ਚਿਰ ਕੋਈ ਚੀਜ਼ ਟਿਕ ਨਹੀਂ ਸਕਦੀ। ਮੇਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹਨੇ ਉਹ ਚੀਜ਼ ਨੂੰ ਪੁਸ਼ ਕਰ ਦੇਣਾ ਹੈ, ਉਹ ਕਿਉਂਕਿ ਬਹੁਤ ਪਾਵਰਫੁਲ ਚੀਜ਼ ਹੈ। ਔਰ ਜਿਵੇਂ ਜਿਵੇਂ ਤੁਸੀਂ ਭਗਤੀ ਕਰਦੇ ਗਏ ਤਿਵੇਂ ਤਿਵੇਂ ਉਹਦਾ ਪ੍ਰਕਾਸ਼ ਵੱਧਦਾ ਗਿਆ, ਓਨਾ ਹੀ ਤੁਹਾਡੇ ਲਈ ਆਸਾਨ ਹੋਏਗਾ ਸੰਸਾਰ ਦੀ ਕਿਸੇ ਵੀ ਚੀਜ਼ ਨੂੰ ਛੱਡਣਾ। ਜਿੰਨੀ ਜ਼ਿਆਦਾ ਸਾਡੀ ਪਕੜ ਵੱਧਦੀ ਨਾ ਪਦਾਰਥਾਂ ਦੇ ਨਾਲ, ਸਮਝ ਲਓ ਕਿ ਉਹਨੇ ਆਪੇ ਕਮਜ਼ੋਰ ਆ। ਛੋਟਾ ਬੱਚਾ ਵੇਖਿਆ ਚੀਜ਼ਾਂ ਦਿੰਦਾ ਨਹੀਂ ਨਾ, ਉਸੇ ਤਰ੍ਹਾਂ ਅਸੀਂ ਕਮਜ਼ੋਰ ਆ ਕਿਉਂਕਿ ਉਹ ਚੀਜ਼ ਸਾਡੇ ਤੇ ਕੰਟਰੋਲ ਕਰ ਰਹੀ ਹੈ। ਤੇ ਜਦੋਂ ਤੁਸੀਂ ਤਿਆਗੀ ਹੋ ਗਏ ਤੇ ਤੁਹਾਡੇ ਜੀਵਨ 'ਚ ਸੰਤੋਖ ਆ ਗਿਆ, ਫਿਰ ਚੀਜ਼ ਹੈ ਜਾਂ ਨਹੀਂ ਹੈ, ਇਹ ਨਹੀਂ ਕਿ ਆਪਣੀ ਚੀਜ਼ ਦੇ ਦੇਣੀ ਹੈ। ਦੇਣ ਦੇ ਨਾਲ ਸੰਤੋਖ ਨਹੀਂ ਜਿਉਣਾ, ਚੀਜ਼ ਹੋਵੇ ਜਾਂ ਨਾ ਹੋਵੇ ਪਰ ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਹੋਊਗੀ। ਉਦਾਂ ਸਧਾਰਨ ਬੰਦਾ ਤੇ ਕੰਪਲੇਂਟਾਂ ਹੀ ਕਰੀ ਜਾਂਦਾ, ਮੇਰੇ ਕੋ ਆ ਨਹੀਂ ਹੈਗਾ, ਮੇਰੇ ਕੋ ਉਹ ਨਹੀਂ ਹੈਗਾ, ਫਲਾਣੇ ਕੋ ਉਹ ਚੀਜ਼ ਹੈਗੀ, ਫਲਾਣੇ ਕੋ ਉਹ ਚੀਜ਼ ਵੀ, ਕਿੱਦਾਂ ਰਿਸ਼ਵਤ ਲੈਂਦਾ, ਕਿੱਦਾਂ ਘਰ ਬਣਾ ਲਿਆ, ਕਿੱਦਾਂ ਕੋਠੀ ਬਣਾ ਲਈ, ਇੰਨੀ ਜ਼ਮੀਨ ਖਰੀਦ ਲਈ। ਪਰ ਸੰਤ ਇਹੋ ਜਿਹੀ ਗੱਲ ਕਦੇ ਨਹੀਂ ਕਰਨਗੇ, ਕਿਤੇ ਵੀ ਨਹੀਂ ਕਰਦੇ, ਕੁਛ ਵੀ ਨਹੀਂ, ਬੋਲਣਾ ਹੀ ਨਹੀਂ ਉਹਨਾਂ ਨੇ। ਇਹੋ ਸੰਸਾਰੀ ਤੇ ਸੰਤਾਂ ਦੇ ਵਿੱਚ ਫਰਕ ਹੁੰਦਾ ਹੈ। ਉਹ ਸ਼ਾਂਤ ਹੋ ਗਏ, ਚਿੱਤ ਸ਼ਾਂਤ ਹੋ ਗਿਆ। ਉਹ ਜਿਹੜਾ ਡਿਮਾਂਡ ਕਰ ਰਿਹਾ ਉਹ ਤੇ ਸ਼ਾਂਤ ਹੋ ਗਿਆ। ਹੁਣ ਉੱਥੇ ਇੱਕ ਚੰਗਾ ਬੱਚਾ ਬਣ ਕੇ ਬਹਿ ਗਿਆ। ਹੁਣ ਉਹ ਮੇਲੇ ਦਾ ਬੱਚਾ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ ਹਾਂ, ਉਹਨੇ ਖੜਾ ਛੱਡਤਾ। ਔਰ ਇਹ ਪਹਿਲਾਂ ਤੇ ਮਾਂ ਪਿਓ ਜ਼ਬਰਦਸਤੀ ਕਹਿੰਦੇ ਸੀ ਨਾ ਕਿ ਪੁੱਤ ਆ ਨਹੀਂ ਲੈਣਾ ਤੇ ਆ ਨਹੀਂ ਲੈਣਾ। ਹੁਣ ਉਹਨੂੰ ਗਿਆਨ ਹੋ ਗਿਆ ਹੈ ਕਿ ਇਹ ਬਕਵਾਸ ਹੈ ਸਭ ਕੁਝ। ਹਾਂ, ਇਹ ਮੇਰੇ ਮਨ ਦਾ ਭਰਮ ਆ। ਹੁਣ ਜਿਹੜੀ ਚੀਜ਼ ਦੇ ਪਿੱਛੇ ਮੈਂ ਭੱਜ ਰਿਹਾ, ਇੱਕ ਸਮਾਂ ਆਊਗਾ ਇਹਨੇ ਉਹਨੂੰ ਵੀ ਛੱਡ ਕੇ ਫਿਰ ਦੂਜੀ ਵੱਲ ਤੁਰ ਪੈਣਾ ਹੈ, ਫਿਰ ਮੈਂ ਦੂਜੀ ਵੱਲ ਭੱਜਿਆ ਜਾਊਂਗਾ, ਫਿਰ ਇਹਨੂੰ ਉਹਨੂੰ ਛੱਡ ਕੇ ਫਿਰ ਤੀਜੀ ਵੱਲ ਤੁਰ ਪੈਣਾ ਹੈ, ਔਰ ਮੇਰਾ ਜੀਵਨ ਹੀ ਲੰਘ ਜਾਣਾ ਹੈ। ਫਿਰ ਇਹ ਆਟੋਮੈਟਿਕਲੀ ਤੁਹਾਡੇ ਅੰਦਰ ਬੁੱਧੀ ਆ ਜਾਣੀ ਹੈ ਕਿ ਮਨ ਦੀਆਂ ਇੰਨੀਆਂ ਜਿਹੜੀਆਂ ਬੇਫਜ਼ੂਲ ਦੀਆਂ ਡਿਮਾਂਡਾਂ ਨੇ, ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਤੇ ਭਰਮ ਹੈ, ਇਹ ਤੇ ਇੱਕ ਭਾਵਨਾ ਆਈ ਹੈ 2-4 ਛਣ ਦੇ ਲਈ, ਉਹ ਬਾਅਦ ਚ ਲੀਨ ਹੋ ਜਾਣੀ ਹੈ। ਹੁਣੇ ਵੇਖੋ, ਤੁਸੀਂ ਬਾਜ਼ਾਰ ਜਾਓਗੇ ਨਾ, ਤੁਸੀਂ ਵੇਖੋਗੇ ਤੁਸੀਂ ਕਹਿਣਾ ਆਹ ਚੀਜ਼ ਖਾਣੀ ਆ, ਤੁਸੀਂ ਥੋੜਾ ਅੱਗੇ ਜਾਓ, ਮਨ ਨੇ ਉਹਦਾ ਤਿਆਗ ਕਰ ਦੇਣਾ, ਮਨ ਨੇ ਕਹਿਣਾ ਹੁਣ ਆਹ ਖਾਣੀ ਆ। ਥੋੜਾ ਜਿਹਾ ਹੋਰ ਅੱਗੇ ਜਾਓਗੇ, ਮਨ ਨੇ ਪਹਿਲੀਆਂ ਦੋਵਾਂ ਦਾ ਤਿਆਗ ਕਰ ਦੇਣਾ, ਉਹਨੇ ਕਹਿਣਾ ਤੀਜੀ ਖਵਾ ਦੇ ਮੈਨੂੰ। ਇਹ ਮਨ ਇੱਕ ਭਾਵਨਾ ਵਾ, ਹਾਂ, ਸਸਟੇਨ ਨਹੀਂ ਕਰਦਾ ਉਹ। ਤੁਸੀਂ ਉਹ ਇੱਕ ਕਹਾਵਤ ਨਹੀਂ ਸੁਣੀ, ਇੱਕ ਗੋਰਾ ਉਹ ਕਹਿੰਦਾ ਮੈਂ ਚਰਚ ਚੋਂ ਵਿਆਹ ਕਰਕੇ ਆਇਆ ਬਾਹਰ, ਤੇ ਉੱਥੇ ਇੱਕ ਖੂਬਸੂਰਤ ਔਰਤ ਮਿਲੀ, ਤੇ ਮੈਂ ਉਹਨੂੰ ਵੇਖ ਕੇ ਮਨ ਚ ਸੋਚਿਆ ਕਿ ਮੈਂ ਥੋੜੀ ਜਲਦੀ ਕਰ ਲਈ ਹੈ। ਇਹ ਵਿਆਹ ਕਰਕੇ ਚਰਚ ਚੋਂ ਬਾਹਰ ਹੀ ਆਇਆ ਵਾ, ਕਹਿੰਦਾ ਮੈਂ ਜਲਦੀ ਕਰ ਲਈ। ਮਨ ਤੇ ਏਦਾਂ ਦਾ ਹੈ ਨਾ। ਇਹ ਮੋਬਾਈਲ ਵਾਂਗੂ ਇਹ ਸੋਚਦਾ ਹੀ ਰਹਿੰਦਾ ਕਿ ਕਈ ਵਾਰ ਮੋਬਾਈਲ ਨਹੀਂ ਆਪਾਂ ਖਰੀਦ ਲੈਂਦੇ, ਤੇ ਉਹ ਬਾਅਦ ਚ ਕਹਿੰਦਾ ਕਿ ਕੁਝ ਸਮਾਂ ਆਪਾਂ ਹੋਰ ਰੁਕ ਜਾਂਦੇ, ਸ਼ਾਇਦ ਵਧੀਆ ਮਾਡਲ ਮਿਲ ਜਾਂਦਾ। ਇਸੇ ਹੀ ਤਰ੍ਹਾਂ ਮਨ ਬਹੁਤ ਚਲਾ ਗਿਆ, ਇਹ ਤੁਹਾਡੀ ਹਰ ਇੱਕ ਚੀਜ਼ ਨੂੰ ਰਿਜੈਕਟ ਕਰ ਦਿੰਦਾ। ਠੀਕ ਆ, ਬਹੁਤ ਵਧੀਆ ਜੀ, ਬਹੁਤ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਹੈ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ। ਠੀਕ ਹੈ ਜੀ, ਅੱਜ ਇੱਕ ਅਰਦਾਸ ਕਰਨੀ ਹੈ ਕਿਸੇ ਦੀ, ਮੈਂ ਗੁਪਤ ਅਰਦਾਸ ਕਰਨੀ ਹੈ ਜੀ, ਸ਼ਾਇਦ ਵਿਚਾਰੀ ਦਾ ਭਲਾ ਹੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਅਤੇ ਵਿਚਾਰ ਕਰਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾ ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰਾਂ ਵਿੱਚ ਸੁਖ ਸ਼ਾਂਤੀ ਪਾਕ ਬਖਸ਼ਣਾ, ਨਾਮਦਾਨ ਬਖਸ਼ਣਾ, ਦੇਹ ਨਿਰੋਗਤਾ ਬਖਸ਼ਣੀ। ਮੇਰੇ ਮਾਲਿਕ, ਮੇਰੇ ਪਿਤਾ ਇੱਕ ਦਾਸ ਤੁਹਾਡੇ ਗੜੀ ਅਰਦਾਸ ਕਰਦਾ ਹੈ। ਇੱਕ ਬਜ਼ੁਰਗ ਨੇ ਆਪਣੇ ਗਰੁੱਪ 'ਚ, ਕਾਫੀ ਸਰੀਰਕ ਕਸ਼ਟ ਹੈ ਉਹਨਾਂ ਨੂੰ, ਆਪ ਪਲੀਜ਼ ਉਹਨਾਂ ਨੂੰ ਮੁਕਤ ਕਰ। ਬਿਰਤੀ ਨਾ ਜਾਏ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ